ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅੱਜ ਪਾਵਰ ਦੀ ਪਾਵਰ ਕੀ ਹੈ, ਪਾਵਰ ਕੀ ਚੀਜ਼ ਹੈ, ਇਸ ਦੇ ਬਾਰੇ ਪਹਿਲਾ ਤੁਸੀਂ ਜਿਹੜਾ ਐਪੀਸੋਡ ਸੁਣਿਆ ਬੜਾ ਪਸੰਦ ਕੀਤਾ। ਅੱਜ ਪਾਰਟ 2 ਹੈ ਇਸੇ ਲੜੀ ਦਾ, ਦੂਸਰਾ ਆਖਰੀ ਹਿੱਸਾ ਹੈ ਜਿਹਦੇ 'ਚ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਅੱਜ ਅਗਲੀ ਗੱਲਬਾਤ ਕਰਨਗੇ ਕਿ ਪਾਵਰ ਕੀ ਚੀਜ਼ ਹੈ। ਪਹਿਲੇ ਹਿੱਸੇ ਦੇ ਵਿੱਚ ਸਿਆਸੀ ਪਾਵਰ ਦੀ ਗੱਲਬਾਤ ਚੱਲੀ, ਫਾਈਨੈਂਸ਼ੀਅਲ ਪਾਵਰ ਦੀ ਗੱਲਬਾਤ ਚੱਲੀ ਅਤੇ ਹੋਰ ਜਿਹੜੀਆਂ ਪਾਵਰਸ ਨੇ ਉਹ ਕਿਵੇਂ ਇਕੱਠੀਆਂ ਹੁੰਦੀਆਂ ਅਤੇ ਹਰ ਇੱਕ ਪਾਵਰ ਦਾ ਇਸਤੇਮਾਲ ਜਿਹੜਾ ਉਹ ਕਿਸ ਤਰੀਕੇ ਨਾਲ ਹੁੰਦਾ ਹੈ। ਲੇਕਿਨ ਹੁਣ ਕਈ ਹੋਰ ਪਾਵਰਸ ਇਹੋ ਜਿਹੀਆਂ ਨੇ ਜਿਹੜੀ ਮਨੁੱਖ ਹਾਸਲ ਕਰਨਾ ਚਾਹੁੰਦਾ ਹੈ ਅਤੇ ਕਰ ਲੈਂਦਾ ਹੈ ਕਈ ਵਾਰੀ, ਔਰ ਉਹਦੇ ਕੀ ਵੱਖਰੇ ਵੱਖਰੇ ਅਸਰ ਹੁੰਦੇ ਹਨ। ਇਹ ਬੜੀ ਇੰਟਰਸਟਿੰਗ ਗੱਲਬਾਤ ਸੀ। ਇਸ ਦਾ ਪਾਰਟ 2 ਅੱਜ ਹਾਜ਼ਰ ਕਰ ਰਹੇ ਹਾਂ। ਫਿਰ ਸਾਹਿਬ ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਿੰਸਾ ਕਰਦਾ ਤਾਂ ਲੇਟ ਚਾਹੁੰਦੇ ਸੀ, ਪਰ ਫਿਰ ਮੈਂ ਸੋਚਿਆ ਵੀ ਇਹ ਭੁੱਲ ਜਾਣੀਆਂ ਪਹਿਲੀਆਂ ਗੱਲਾਂ ਜਿਹੜੀਆਂ ਹੈਗੀਆਂ, ਲੜੀ ਜੁੜਦੀ ਨਹੀਂ, ਇਸ ਕਰਕੇ ਕਰ ਲਈਏ। ਸਿੰਸਾ ਇੱਕ ਤਾਂ ਇਹ ਆ ਵੀ ਜਿਹੜੀ ਦੇਖੋ ਪਾਵਰ ਆ, ਪਾਵਰ ਨੇ ਹਿਊਮਨ ਵਿਕਾਸ ਦੇ ਵਿੱਚ ਵੀ ਬਹੁਤ ਹਿੱਸਾ ਪਾਇਆ ਅਤੇ ਹਿਊਮਨ ਵਿਨਾਸ਼ ਵਿੱਚ ਵੀ ਬਹੁਤ ਹਿੱਸਾ ਪਾਇਆ ਪਾਵਰ ਨੇ। ਕਿ ਪਾਵਰ ਦੇ ਕਈ ਰੂਪ ਚੱਲਦੇ ਰਹੇ, ਉਹ ਅਸੀਂ ਦੇਖਦੇ ਹਾਂ। ਦੇਖੋ ਜ਼ੁਲਮ ਕਰਨ ਵਾਲਾ ਵੀ ਪਾਵਰ ਵਰਤਦਾ ਅਤੇ ਜ਼ੁਲਮ ਦਾ ਟਾਕਰਾ ਕਰਨ ਵਾਲਾ ਵੀ ਪਾਵਰ ਵਰਤਦਾ। ਪਾਵਰ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਦੋਹੀਂ ਪਾਸੇ ਵਰਤੀ ਜਾਂਦੀ ਹੈ ਜੀ। ਔਰ ਇਹਦੀ ਪਾਵਰ ਦੀ ਜੇ ਦੇਖਿਆ ਜਾਵੇ ਉਮਰ ਸਮਝੋ ਇਨਸਾਨ ਨਾਲੋਂ ਵੀ ਜ਼ਿਆਦਾ ਆ, ਕਿ ਕੋਈ ਜਾਨਵਰ ਵੀ ਪਾਵਰ ਵਰਤਦਾ ਰਿਹਾ, ਉਹਨੂੰ ਚਾਹੇ ਅਸੀਂ ਸਟਰੈਂਥ ਕਹਿੰਦੇ ਹਾਂ ਕਿ ਉਹ ਵੀ ਵਰਤਦਾ ਰਿਹਾ ਜਾ ਕੇ। ਅੱਛਾ, ਹੁਣ ਮੈਂ ਇਹ ਕਰਨਾ ਚਾਹੁੰਦਾ ਜੀ ਵੀ ਆਪਾਂ ਅੱਜ ਜਿਹਦੀ ਗੱਲ ਕਰਾਂਗੇ, ਪਹਿਲਾਂ ਰਿਲੀਜੀਅਸ ਪਾਵਰ ਦੀ ਗੱਲ ਕਰਾਂਗੇ। ਧਰਮ ਦੇ ਵਿੱਚ ਕਿੰਨੀ ਪਾਵਰ ਆ, ਕਿਉਂਕਿ ਧਾਰਮਿਕ ਪਾਵਰ ਨੇ ਇਹ ਹਿਊਮਨ ਹਿਸਟਰੀ ਵਿੱਚ ਬਹੁਤ ਰੋਲ ਅਦਾ ਕੀਤਾ। ਕਿਉਂ ਧਰਮ ਦੀ ਜਿਹੜੀ ਉਮਰ ਹੈਗੀ ਆ, ਇਹਦੀ ਸਾਰਿਆਂ ਅਦਾਰਿਆਂ ਨਾਲੋਂ ਜ਼ਿਆਦਾ ਆ। ਕੋਈ ਅਦਾਰਾ ਵੀ ਅਜੇ ਤੱਕ ਵਜੂਦ ਵਿੱਚ ਨਹੀਂ ਆਇਆ, ਧਰਮ ਪਹਿਲਾਂ ਸਾਰਿਆਂ ਤੋਂ ਵਜੂਦ ਵਿੱਚ ਆਇਆ। ਗੌਰਮੈਂਟਾਂ ਦੇ ਬਣਨ ਤੋਂ ਵੀ ਪਹਿਲਾਂ ਵਜੂਦ ਵਿੱਚ ਆਇਆ। ਪਹਿਲਾਂ ਇਹ ਬਣਿਆ, ਪਹਿਲਾਂ ਲੋਕਾਂ ਨੂੰ ਇਹ ਇੱਥੋਂ ਸ਼ੁਰੂ ਹੋਇਆ, ਚਾਹੇ ਉਹਦੀ ਸ਼ਕਲ ਕਿਸੇ ਕਿਸਮ ਦੀ ਵੀ ਸੀਗੀ ਜਾ ਕੇ ਉਹਦੇ ਵਿੱਚ। ਹੁਣ ਧਰਮ ਔਰ ਮੈਂ ਦੇਖਿਆ ਜਿਹੜੀ ਰਾਜ ਸੱਤਾ ਆ, ਇਹ ਇਕੱਠੇ ਹੀ ਚੱਲੇ ਆ ਤਕਰੀਬਨ। ਚਾਹੇ ਕਾਫੀ ਪਾਰਟੀਆਂ ਕਹੀ ਜਾਂਦੀਆਂ ਜੀ ਵੀ ਅਸੀਂ ਤਾਂ ਜਿਹੜੀ ਹੈ ਧਰਮ ਤਾਂ ਨਹੀਂ ਹੈ, ਅਸੀਂ ਤਾਂ ਸਿਆਸਤ ਦਾ ਧਰਮ ਤਾਂ ਅਲੱਗ ਅਲੱਗ ਰੱਖ ਰਹੇ ਹਾਂ। ਪਰ ਧਰਮ ਅਤੇ ਸਿਆਸਤ ਪਹਿਲਾਂ ਤੋਂ ਇਕੱਠੇ ਰਹੇ। ਤੁਸੀਂ ਮਹਾਭਾਰਤ ਤੋਂ ਦੇਖ ਲਓ ਜਾ ਕੇ, ਉਹਦੇ ਵਿੱਚ ਵੀ ਇਹ ਕਿਹਾ ਜਾਂਦਾ ਸੀ ਵੀ ਆਹ ਗਰੁੱਪ ਜਿਹੜਾ ਧਾਰਮਿਕ ਆ, ਆਹ ਅਧਰਮੀ ਆ, ਅਧਰਮੀ। ਧਰਮ ਅਤੇ ਅਧਰਮ ਦੀ ਲੜਾਈ ਚੱਲੀ ਆਉਂਦੀ ਹੈ ਜੀ। ਵਰਤਦੇ ਸਾਰੇ ਹੀ ਹੈ ਇੱਥੇ। ਫਿਰ ਉਹ ਨਹੀਂ ਕਹਿਣਾ ਵੀ ਹੁਣ ਤੁਸੀਂ ਕਹਿਣਾ ਸਿੱਖ ਹਿਸਟਰੀ ਦੀ ਗੱਲ ਕਰਦੇ ਆ ਜੀ ਇੱਥੇ। ਅੱਛਾ, ਇੱਕ ਵਾਰ ਮੈਂ ਦੱਸਦਾ ਵੀ ਸਿੱਖ ਹਿਸਟਰੀ ਦੀ ਗੱਲ ਮੈਂ ਇਸ ਗੱਲ ਕਰਕੇ ਵੀ ਕਰਦਾ ਹਾਂ ਕਿਉਂਕਿ ਆਪਣੇ ਜਿਹੜੇ ਸੁਣਨ ਵਾਲੇ ਆ ਉਹ ਕਾਫੀ ਫੈਮੀਲੀਅਰ ਆ ਸਿੱਖ ਹਿਸਟਰੀ ਨਾਲ। ਉਹਨਾਂ ਨੂੰ ਉਹ ਫਿਰ ਗੱਲ ਸਮਝਣੀ ਅਤੇ ਸਮਝਾਉਣੀ ਸੌਖੀ ਹੋ ਜਾਂਦੀ ਹੈ ਜਾ ਕੇ, ਜਦ ਅਸੀਂ ਉਹਦੇ ਨਾਲ ਕੋਰਿਲੇਟ ਕਰ ਦਿੰਦੇ ਹਾਂ, ਜੋੜ ਦਿੰਦੇ ਹਾਂ। ਹੁਣ ਜਿਹੜੀ ਸਿੱਖ ਧਰਮ ਨਿਕਲਿਆ, ਇਹ ਬਹੁਤ ਸਪਸ਼ਟ ਨਿਕਲਿਆ। ਇਹਨ ਜਿਹੜੀ ਹੈਗੀ ਆ ਉਹਦੇ ਵਿੱਚ ਕਪਟਤਾ ਨਹੀਂ ਕੀਤੀ ਹੈ ਵੀ ਧਰਮ ਇੱਧਰ ਹੈ ਤਾਂ ਉਹਨੇ ਕਿਹਾ ਨਹੀਂ ਇਹ ਤਾਂ ਇਕੱਠੇ ਚੱਲਣੇ ਆ ਜੀ। ਓਪਨਲੀ ਕਿਹਾ ਉਹਨੇ ਵੀ ਇਕੱਠੇ ਚੱਲਣੇ ਹੈਗੇ ਆ, ਔਰ ਇਹ ਇੱਕ ਦੂਜੇ ਦਾ ਹਿੱਸਾ ਆ ਜਿਹੜੇ ਹੈਗੇ ਆ ਵੀ ਇਹ ਇੱਦਾਂ ਨਹੀਂ ਹੈ, ਇਹ ਚੱਲ। ਸੋ ਇਸ ਕਰਕੇ ਇਸ ਪੱਖੋਂ ਵੀ ਮੈਂ ਕਹਿੰਦਾ ਵੀ ਉਹ ਜਿਹੜੀਆਂ ਚੀਜ਼ਾਂ ਸਪਸ਼ਟ ਹੁੰਦੀਆਂ ਉਹ ਬੈਟਰ ਆ। ਹਾਲਾਂਕਿ ਕਰਦੇ ਸਾਰੇ ਉਹੀ ਕੁਛ ਆ, ਕਰਦੇ ਸਾਰੇ ਉਹੀ ਕੁਛ ਆ। ਚਾਹੇ ਦੂਏ ਵੀ ਲੈ ਲਓ ਤਾਂ ਕਹਿੰਦੇ ਇਹ ਆ ਵੀ ਅਸੀਂ ਜੁਦੇ ਕਰਦੇ ਹੁੰਦੇ ਹਾਂ। ਅੱਛਾ ਸਾਹਿਬ, ਧਰਮ ਕੋਲ ਪਾਵਰ ਬਹੁਤ ਆ। ਧਰਮ ਕੋਲ ਪਾਵਰ ਹੁਣ ਇੱਦਾਂ ਬਹੁਤ ਹੈ, ਮੈਂ ਤੁਹਾਨੂੰ ਦੱਸਾਂ ਵੀ ਪਹਿਲਾਂ ਤਾਂ ਆਪਾਂ ਦੇਖ ਲਈਏ ਪ੍ਰੀਸਟਲੀ ਪਾਵਰ। ਜੇ ਹੁਣ ਇੱਦਾਂ ਅਸੀਂ ਦੇਖੀਏ ਵੀ ਚਲੋ ਧਰਮ ਨੂੰ ਅਸੀਂ ਸਟੇਟ ਨਾਲੋਂ ਛੱਡ ਕੇ ਵੀ ਦੇਖੀਏ, ਸਟੇਟ ਤੋਂ ਬਿਨਾਂ ਵੀ ਧਰਮ ਕੋਲ ਆਪਣੀ ਪਾਵਰ ਬਹੁਤ ਆ। ਪੋਪ ਤੋਂ ਲੈ ਕੇ ਅਕਾਲ ਤਖਤ ਦੇ ਜਥੇਦਾਰ ਤੱਕ, ਈਵਨ ਸਮੌਲ ਡੇਰਿਆਂ ਦੇ ਕੋਲ ਪਾਵਰ ਬਹੁਤ ਹੈ ਜਾ ਕੇ। ਉਹ ਲੋਕਾਂ ਨੂੰ ਇਨਫਲੂਐਂਸ ਵੀ ਕਰਦੇ ਆ ਔਰ ਲੋਕਾਂ ਨੂੰ ਭੈ ਵੀ ਉਹਨਾਂ ਦਾ ਜਾ ਕੇ, ਉਹਨਾਂ ਦਾ ਡਰ ਆ ਲੋਕਾਂ ਦੇ। ਕਿਉਂਕਿ ਇੱਕ ਦੇਖੋ ਪਾਵਰਫੁਲ ਵਿਅਕਤੀ ਨੇ ਜੀ, ਪਾਵਰਫੁਲ ਵਿਅਕਤੀ ਆ। ਇੱਕ ਜਿਹੜਾ ਹੈਗਾ ਜੀ ਇਹ ਧਰਮ ਦਾ ਲੋਕਾਂ ਦੇ ਮਨਾਂ ਵਿੱਚ ਡਰ ਵੀ ਬਹੁਤ ਆ ਵੀ ਜੇ ਅਸੀਂ ਅਧਰਮੀ ਹੋ ਗਏ, ਅਸੀਂ ਧਰਮ ਦੇ ਖਿਲਾਫ ਗਏ ਤਾਂ ਸਾਡਾ ਨੁਕਸਾਨ ਹੋ ਜਾਣਾ। ਅੱਛਾ, ਉਹਦੇ ਵਿੱਚ ਫਿਰ ਕੀ ਆ, ਉਹ ਧਰਮ ਪੈਸੇ ਵੀ ਇਕੱਠੇ ਕਰਦਾ ਬਹੁਤ। ਧਰਮ 'ਚ ਇੰਨੀ ਸ਼ਕਤੀ ਆ ਜੀ ਵੀ ਗੌਰਮੈਂਟਾਂ ਬਦਲ ਦਿੰਦਾ ਜਾ ਕੇ ਜੀ, ਜਿਸ ਵੇਲੇ ਕਰਨ ਦੇ ਆਉਂਦੇ ਆ ਜਾ ਕੇ। ਔਰ ਤਕਰੀਬਨ ਤੁਸੀਂ ਦੇਖੋ ਤਕਰੀਬਨ ਹਰ ਬਾਦਸ਼ਾਹ ਜਿਹੜਾ ਉਹ ਧਰਮ ਨੂੰ ਯੂਜ਼ ਕਰਦਾ ਰਿਹਾ। ਮੈਂ ਹਿਸਟਰੀ ਦੀ ਗੱਲ ਕਰਦਾ ਰਿਹਾ, ਉਹ ਉਹਨੂੰ ਯੂਜ਼ ਕਰਕੇ ਆਪਣੇ ਹਿੱਤਾਂ ਦੇ ਵਿੱਚ ਉਹਨੂੰ ਵਰਤਦਾ ਰਿਹਾ ਜਾ ਕੇ। ਹੁਣ ਵੀ ਵਰਤਦਾ ਰਿਹਾ ਜਾ ਕੇ। ਚਾਹੇ ਕਹੀ ਜਾਂਦੇ ਆ ਸੈਕੂਲਰ ਆ, ਪਰ ਤੁਸੀਂ ਦੇਖ ਲਓ ਇਨਫਲੂਐਂਸ ਕਿੱਦਾਂ ਕਰਦੇ ਆ। ਹੁਣ ਮੈਂ ਮਿਸਾਲ ਨਹੀਂ ਦੇਣੀ ਹੈ, ਪਰ ਸਾਰਿਆਂ ਨੂੰ ਪਤਾ ਈਵਨ ਕਿੱਦਾਂ ਡੇਰਿਆਂ ਦੇ ਮਗਰ ਜਾਂਦੇ ਆ ਜਾ ਕੇ ਵੀ ਸਾਡੀ ਜਿਹੜੀ ਹੈਗੀ ਆ ਸਾਨੂੰ ਪਾਵਰ ਦਿਓ, ਸੋ ਸਾਡੀਆਂ ਵੋਟਾਂ ਪਾਓ, ਜਾਓ ਕਰੋ ਜਾ ਕੇ। ਸੋ ਧਰਮ ਦੇ ਵਿੱਚ ਜਿਹੜੀ ਹੈਗੀ ਆ ਇਹਦੀ ਸਮਰੱਥਾ ਇੰਨੀ ਆ
ਪਰ ਇੱਕ ਗੱਲ ਨੋਟ ਕਰਨ ਵਾਲੀ ਗੱਲ ਹੈ ਥਿੰਨ ਸਾਹਿਬ ਵੀ ਜਿਹੜੇ ਰੂਲਰ ਆ ਨਾ ਉਹ ਧਰਮ ਦੀ ਪਾਵਰ ਨੂੰ ਉਦੋਂ ਯੂਜ਼ ਕਰਦੇ ਆ ਜਿਸ ਵੇਲੇ ਉਹਨਾਂ ਨੂੰ ਲੱਗਦਾ ਵੀ ਇੱਦਾਂ ਯੂਜ਼ ਕਰਨ ਦੇ ਨਾਲ ਸਾਡੀ ਪਾਵਰ ਤਕੜੀ ਹੁੰਦੀ ਹੈ। ਉਹ ਅੱਛਾ ਇੱਕ ਵਾਰ ਮੈਂ ਤੁਹਾਨੂੰ ਦੱਸਾਂ ਜੀ, ਇੱਕ ਵਾਰ ਚੰਡੀਗੜ੍ਹ ਦੇ ਵਿੱਚ ਇੱਕ ਸੈਮੀਨਾਰ ਹੋਇਆ, ਮੈਂ ਵੀ ਉਹਦੇ ਵਿੱਚ ਸੀਗਾ ਜੀ। ਉਹ ਸੈਮੀਨਾਰ ਤੇ ਇਹ 'ਤੇ ਗੱਲ ਹੋਈ ਸੀ। ਉਹਦੇ 'ਤੇ ਮੇਰਾ ਖਿਆਲ ਹੈ ਡਾਕਟਰ ਅਗਵਾਨੀ ਸੀ, ਪਰ ਹੁਣ ਮੈਂ ਨਾਂ ਭੁੱਲ ਸਕਦਾ। ਉਹਨੇ ਇੱਕ ਫਿਕਰਾ ਕਿਹਾ, ਉਹ ਕਹਿੰਦੇ ਪਹਿਲਾਂ ਤੁਸੀਂ ਦੱਸਿਆ ਵੀ ਧਰਮ ਕੀ ਆ, ਆਹ ਜਿਹੜਾ ਹੈਗਾ ਇਹ ਨਹੀਂ ਕਰਦੇ। ਉਹਨੇ ਕਿਹਾ ਵੀ ਜੇ ਇਸ ਹਿਸਟਰੀ ਵਿੱਚ ਅਸੀਂ ਨਿਗਾਹ ਮਾਰੀਏ, ਜੇ ਤਾਂ ਧਰਮ ਸਿਆਸਤ ਦੇ ਉੱਤੇ ਸਵਾਰ ਰਹਿੰਦਾ ਤਾਂ ਗੱਲ ਠੀਕ ਚੱਲਦੀ ਰਹਿੰਦੀ ਹੈ। ਜਦ ਸਿਆਸਤ ਧਰਮ ਦੇ ਉੱਪਰ ਸਵਾਰ ਹੋ ਜਾਂਦੀ ਹੈ ਤਾਂ ਫਿਰ ਉਹ ਵਰਤਦੀ ਹੈ ਆਪਣੇ ਹਿਸਾਬ ਦੇ ਨਾਲ। ਧਰਮ ਦਾ ਉਹਨਾਂ ਦਾ ਮਤਲਬ ਆਹ ਜਿਹੜਾ ਆਰਗੇਨਾਈਜ਼ਡ ਰਿਲੀਜਨ ਤੋਂ ਨਹੀਂ ਹੈ, ਧਰਮੀ ਹੋਣਾ। ਹਾਂ, ਜਿਹੜੀ ਧਰਮੀ ਹੋਣਾ ਉਹ ਹੋਰ ਚੀਜ਼, ਉਹਦੀ ਆਪਾਂ ਫੇਰ ਗੱਲ ਕਰਾਂਗੇ ਵੀ ਉਹ ਜਿਹੜੀ ਸਪਿਰਿਚੁਅਲ ਪਾਵਰ ਕੀ ਚੀਜ਼ ਹੈ। ਜਿਹੜੇ ਧਰਮੀ ਰਾਜੇ ਰਹੇ ਬੜੇ ਪਾਪੂਲਰ ਰਹੇ। ਹਾਂ, ਉਹ ਹੋਰ ਗੱਲ ਰਹੀ ਹੈ ਕਿ ਉਹ 'ਚ ਆਪਾਂ ਕਰਾਂਗੇ ਗੱਲ ਉਹਦੇ ਉੱਤੇ ਵੀ। ਸੋ ਉਹਦੇ ਵਿੱਚ ਜਿਹੜਾ ਹੈਗਾ ਆ ਉਹ ਧਰਮ ਨੇ ਬੜਾ ਉਹਦੇ ਵਿੱਚ ਰੋਲ ਕੀਤਾ ਜਾ ਕੇ। ਹੁਣ ਧਰਮ ਦੀ ਖਾਤਰ ਤੁਸੀਂ ਦੇਖੋ ਇੱਦਾਂ ਵੀ ਹੋਇਆ ਹੈਗਾ, ਜਿਹਨੂੰ ਆਪਾਂ ਕਹਿੰਦੇ, ਤੁਸੀਂ ਕਹਿੰਦੇ ਧਰਮੀ ਰਾਜੇ, ਈਵਨ ਧਰਮੀ ਰਾਜੇ ਵੀ ਜਾਇਜ਼ ਕਹਿੰਦੇ ਰਹੇ ਦੂਜੇ ਨੂੰ ਧਰਮ ਦੀ ਖਾਤਰ ਕਤਲ ਕਰਨਾ। ਧਰਮ ਦੀ ਖਾਤਰ ਵੀ ਹੈ ਵੀ ਜੇ ਇਹ ਵੀ ਸਾਡੇ ਧਰਮ ਦੇ ਖਿਲਾਫ ਆ ਤਾਂ ਇਹਨੂੰ ਜਿਹੜਾ ਹੈ ਕਤਲ ਕਰਨਾ ਵੀ ਇਹ ਜਿਹੜਾ ਹੈਗਾ ਆ ਠੀਕ ਆ, ਕਿਉਂਕਿ ਇਹ ਤਾਂ ਧਰਮੀ ਆ, ਧਰਮੀ ਨੂੰ ਅਸੀਂ ਰਹਿਣ ਨਹੀਂ ਦੇਣਾ, ਧਰਮ ਦਾ ਰਾਜ ਹੋਣਾ ਚਾਹੀਦਾ ਜਾ ਕੇ। ਹੁਣ ਤੁਸੀਂ ਦੇਖੋ ਈਵਨ ਜਾ ਕੇ ਉੱਥੇ ਪੁਰਾਣੇ ਵੀ ਅਸੀਂ ਬੈਕ ਵੀ ਜਾਈਏ ਤਾਂ ਮਹਾਭਾਰਤ ਵਿੱਚ ਵੀ ਆ ਵੀ ਈਵਨ ਗੁਰੂ ਨੂੰ ਵੀ ਮਾਰ ਦੇਣਾ ਠੀਕ ਹੈ ਵੀ ਜੇ ਉਹ ਗੁਰੂ ਧਰਮੀਆਂ ਦਾ ਸਾਥ ਦਿੰਦਾ ਜਾ ਕੇ। ਠੀਕ ਹੈ, ਇਹ ਧਰਮ ਦੀ ਲੜਾਈ ਹੈ, ਧਰਮ ਦੀ ਔਰ ਅਧਰਮ ਦੀ ਲੜਾਈ ਦੇ ਵਿੱਚ ਅਧਰਮ ਨੂੰ ਮਾਰਨਾ ਜ਼ਰੂਰੀ ਹੈ। ਸੋ ਇਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਵੀ ਧਰਮ ਜਿਹੜਾ ਹੈਗਾ ਆ ਉਹ ਨਿਰੋਲ ਦਇਆ ਹੀ ਆ, ਵਾਇਲੈਂਸ ਵੀ ਉਹਦੇ ਵਿੱਚ ਹੈਗੀ। ਧਰਮ ਦੇ ਨਾਂ 'ਤੇ ਕਿੰਨੀਆਂ ਜੰਗਾਂ ਲੜੀਆਂ ਗਈਆਂ ਤੁਸੀਂ, ਮੇਰਾ ਖਿਆਲ ਆਪਾਂ ਇੱਥੇ ਕਈ ਵਾਰ ਇਹ ਗੱਲ ਕਰ ਚੁੱਕੇ ਹਾਂ ਵੀ ਜਿੰਨੀ ਧਰਮ ਔਰ ਦੇਸ਼ ਭਗਤੀ ਦੇ ਨਾਂ 'ਤੇ ਇਨਸਾਨੀਅਤ ਦਾ ਕਤਲੇਆਮ ਹੋਇਆ, ਇੰਨਾ ਕਿਸੇ ਹੋਰ ਅਦਾਰੇ ਦੇ ਉੱਤੇ ਹੋਇਆ ਹੀ ਨਹੀਂ ਹੈ ਜਾ ਕੇ। ਸੋ ਧਰਮ ਦਾ ਨੈਗੇਟਿਵ ਰੋਲ ਵੀ ਰਿਹਾ, ਪਰ ਤੁਹਾਨੂੰ ਇਹ ਵੀ ਯਾਦ ਹੋਣਾ ਵੀ ਆਪਾਂ 2-3 ਪ੍ਰੋਗਰਾਮ ਇੱਥੇ ਪੋਜ਼ੀਟਿਵ ਰੋਲ 'ਤੇ ਵੀ ਕੀਤੇ ਸੀ ਵੀ ਧਰਮ ਨੇ ਇਨਸਾਨੀਅਤ ਨੂੰ ਦਿੱਤਾ ਕੀ ਕੁਛ, ਕਿੰਨਾ ਕੁਛ ਦਿੱਤਾ, ਕੁਛ ਵੀ ਬਹੁਤ ਹੈ ਜੀ। ਸੋ ਇਹਦੇ ਨਾਲ ਅਸੀਂ ਜਿੱਦਾਂ ਇਹ ਕਿਹਾ ਜਾਂਦਾ ਨਾ, ਪਿਛਲੀ ਵਾਰ ਇਹਦਾ ਥੋੜ੍ਹਾ ਜਿਹਾ ਰੈਫਰੈਂਸ ਦਿੱਤਾ ਵੀ ਗਿਆ ਸੀ ਵੀ ਜਿੱਦਾਂ ਆਲਵੇਜ਼ ਇਹ ਕਿਹਾ ਜਾਂਦਾ, ਖਾਸ ਤੌਰ ਤੇ ਜਿਹੜਾ ਮਾਰਕਸਿਸਟ ਪੁਆਇੰਟ ਆਫ ਵਿਊ ਆ ਵੀ ਧਰਮ ਸਦਾ ਗੌਰਮੈਂਟ ਦਾ ਹੱਥ ਠੋਕਾ ਰਿਹਾ, ਇਹ ਸਦਾ ਨਹੀਂ ਰਿਹਾ। ਸਿੱਖ ਧਰਮ ਨਹੀਂ ਰਿਹਾ, ਸਿੱਖ ਧਰਮ ਜਿਹੜਾ ਹੈ ਗੌਰਮੈਂਟ ਦਾ ਹੱਥ ਠੋਕਾ ਨਹੀਂ ਰਿਹਾ, ਗੌਰਮੈਂਟ ਦੇ ਨਾਲ ਜੰਗ ਕੀਤੀ ਹੈ, ਲੜਾਈ ਕੀਤੀ ਹੈ, ਕਿਉਂਕਿ ਉਹ ਗੌਰਮੈਂਟ ਨੂੰ ਧਰਮੀ ਸਮਝਦੇ ਸੀ ਉਸ ਵੇਲੇ, ਕਿਉਂਕਿ ਗੌਰਮੈਂਟ ਧਰਮ ਦਾ ਸਾਥ ਛੱਡ ਗਈ ਹੈ ਜਾ ਕੇ। ਕਹਿੰਦੇ ਉਹ ਵੀ ਇਹੀ ਕੁਛ ਸੀਗੇ ਜਾ ਕੇ, ਚਾਹੇ ਸੈਕੂਲਰ ਆ ਚਾਹੇ ਕੋਈ ਆ, ਉਹ ਕਰਦੇ ਆ। ਅਤੇ ਮੈਂ ਜੋ ਦੱਸਣਾ ਚਾਹੁੰਦਾ ਜੀ, ਮੈਂ ਇਹ ਦੱਸਣਾ ਚਾਹੁੰਦਾ ਵੀ ਚਾਹੇ ਧਰਮ ਦੀ ਪਾਵਰ ਨੂੰ ਰੈਸ਼ਨਲਿਜ਼ਮ ਅਤੇ ਸਾਇੰਸ ਨੇ ਥੋੜ੍ਹਾ ਜਿਹਾ ਘਟਾਉਣਾ ਸ਼ੁਰੂ ਕਰ ਦਿੱਤਾ ਹੈ, ਥੋੜ੍ਹਾ ਜਿਹਾ ਅੱਗੇ ਨਾਲੋਂ ਘੱਟ ਰਿਹਾ। ਲੋਕ ਜਿਹੜਾ ਹੈਗਾ ਹੁਣ ਥੋੜ੍ਹੇ ਜ਼ਿਆਦਾ ਰੈਸ਼ਨਲ ਹੋਈ ਜਾਂਦੇ ਆ ਔਰ ਵਿਗਿਆਨਕ ਮਾਈਂਡ ਦੇ ਹੋਈ ਜਾਂਦੇ। ਵਿਗਿਆਨ ਨੇ ਥੋੜ੍ਹਾ ਜਿਹਾ ਧਰਮ ਨੂੰ ਪਿੱਛੇ ਕੀਤਾ, ਪਰ ਆਪਾਂ ਤੁਸੀਂ ਦੇਖੋ ਹੈਰਾਨੀ ਵਾਲੀ ਗੱਲ ਇਹ ਆ ਵੀ ਧਰਮ ਨੇ ਵਿਗਿਆਨ ਦੀ ਰਿਸਰਚ ਦੇ ਵਿੱਚ ਵੀ ਹਿੱਸਾ ਪਾਇਆ। ਬਿਲਕੁਲ, ਆ ਤੁਸੀਂ ਦੇਖੋ ਜਿੰਨੇ ਅਦਾਰੇ ਹੈਗੇ, ਹਸਪੀਟਲ ਦੇਖ ਲਿਆ, ਦੂਜੇ, ਉਹ ਰਿਸਰਚ ਨੂੰ ਪੈਸੇ ਦਿੰਦੇ ਆ। ਬਿਲਕੁਲ ਠੀਕ ਹੈ। ਸੋ ਧਰਮ ਦਾ ਰੋਲ ਜੇ ਦੇਖਿਆ ਜਾਵੇ ਤਾਂ ਟੋਟਲ ਜੇ ਮੈਨੂੰ ਪੁੱਛੋ ਜੀ ਤਾਂ ਮੈਂ ਕਹੂੰਗਾ ਧਰਮ ਦਾ ਰੋਲ ਨੈਗੇਟਿਵ ਨਾਲੋਂ ਪੋਜ਼ੀਟਿਵ ਜ਼ਿਆਦਾ ਰਿਹਾ ਥੋੜ੍ਹਾ ਜਿਹਾ, ਕਿਉਂਕਿ ਧਰਮ ਨੇ ਇਨਸਾਨ ਨੂੰ ਬਿਹਤਰ ਬਣਾਉਣ ਦੇ ਵਿੱਚ ਥੋੜ੍ਹਾ ਜਿਹਾ ਰੋਲ ਤਾਂ ਅਦਾ ਕੀਤਾ, ਬੁਰਾ ਬਣਾਉਣ 'ਚ ਵੀ ਰੋਲ ਅਦਾ ਕੀਤਾ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜਾ ਕੇ ਧਰਮ ਦੇ ਜ਼ੁਲਮ ਵੀ ਬਹੁਤ ਹੋਏ ਆ ਜਾ ਕੇ, ਪਰ ਟੋਟਲ ਦੇ ਵਿੱਚ ਧਰਮ ਇੱਕ ਫੈਕਟ ਹੈਗਾ ਵੀ ਧਰਮ ਕੋਲ ਪਾਵਰ ਬਹੁਤ ਹੈ। ਪਰ ਸਾਹਿਬ ਜਿਹੜੀ ਤੁਸੀਂ ਗੱਲ ਕਰਦੇ ਸੀ ਮਿਲਟਰੀ ਦੀ ਪਾਵਰ ਦੇ ਵਿੱਚੋਂ ਦੇਖੀ ਜਾਏ, ਜਿਹੜੀਆਂ ਪਾਵਰਾਂ 'ਚੋਂ ਪਾਵਰਾਂ ਨੇ, ਹਥਿਆਰਬੰਦ ਪਾਵਰ, ਤਾਂ ਮੇਰੇ ਖਿਆਲ ਮਿਲਟਰੀ ਦੀ ਪਾਵਰ ਸਭ ਤੋਂ ਵੱਧ ਆ। ਉੱਦਣ ਵੀ ਆਪਾਂ ਥੋੜ੍ਹੀ ਜਿਹੀ ਗੱਲ ਇਹ ਕੀਤੀ ਸੀ ਵੀ ਆਪਣੇ ਵਲਾਦੀਮੀਰ ਲੈਨਨ ਨੂੰ, ਜਿਹਨੂੰ ਕਿਹਾ ਜਾਂਦਾ ਵੀ ਰਸ਼ੀਅਨ ਰੈਵੋਲੂਸ਼ਨ ਦੇ ਪਿਤਾਮਾ ਸੇ, ਫਾਦਰ ਸੇ, ਉਹਨਾਂ ਨੂੰ ਇੱਕ ਵਾਰ ਪੁੱਛਿਆ ਸੀ ਵੀ ਲੋਕ ਪਾਵਰ ਕਿੱਦਾਂ, ਪਾਵਰ ਕੀ ਆ? ਉਹ ਕਹਿੰਦੇ ਪਾਵਰ ਮਿਲਟਰੀ ਤਾਂ ਫੌਜ ਹੁੰਦੀ, ਸਹੀ ਮੈਨੇ 'ਚ, ਬਾਕੀ ਐਵੇਂ ਹੀ ਗੱਲਾਂ, ਬਾਕੀ ਪਾਵਰ ਨਹੀਂ ਹੁੰਦੀ, ਪਾਵਰ ਇਹ ਹੈ, ਪਾਵਰ ਜਿਹੜੀ ਮਿਲਟਰੀ ਦੀ ਪਾਵਰ ਆ, ਇਹ ਸਹੀ ਪਾਵਰ ਹੈਗੀ ਆ। ਔਰ ਤੁਸੀਂ ਥਿੰਨ ਸਾਹਿਬ ਦੇਖੋ, ਜਦ ਇਹ ਜਿਹੜੀ ਪਾਵਰ ਆ, ਇਹ ਪਾਵਰ ਜਿਹੜੀ ਹੈਗੀ ਆ ਉਹ ਸਾਰੀਆਂ ਪਾਵਰਾਂ ਨੂੰ ਉਲਟਾ ਦਿੰਦੀ ਆ, ਚਾਹੇ ਕੋਈ ਡੈਮੋਕ੍ਰੈਟਿਕਲੀ ਚੁਣਿਆ ਆ, ਚਾਹੇ ਕਿਸੇ ਤਰ੍ਹਾਂ। ਜੇ ਫੌਜੀਆਂ ਦਾ ਚਿੱਤ ਕਰਦਾ ਨਾ ਜਾ ਕੇ ਜੀ ਵੀ ਜਿਹੜਾ ਹੈਗਾ ਆ ਵੀ ਇਹਨੂੰ ਲਾ ਦਿਓ, ਤਾਂ ਉਹਨਾਂ ਨੂੰ ਉਨੀ ਫੈਲਾ ਦੇਣਾ। ਮਾਓ ਜ਼ੇਤੁੰਗ ਨੇ ਵੀ ਇਹੀ ਕਿਹਾ ਸੀ, ਪੋਲੀਟੀਕਲ ਪਾਵਰ ਗਰੋਜ਼ ਫਰੋਮ ਦ ਬੈਰਲ ਆਫ ਦ ਗਨ। ਉਹਨੀ ਕਿ ਜਿਹੜੀ ਪਾਵਰ ਆ, ਪਾਵਰ ਤਾਂ ਗਨ ਦੇ ਵਿੱਚੋਂ ਨਿਕਲਦੀ ਹੈ। ਜਿਹਦੇ ਕੋਲ ਗਨ ਤਕੜੀ ਆ ਉਹਦੇ ਕੋਲ ਪਾਵਰ ਤਕੜੀ ਹੈ।
ਅੱਛਾ ਹੁਣ ਤੁਸੀਂ ਦੇਖੋ ਪਾਵਰ ਨੇ ਆਪਣੇ ਜਾਂ ਮਿਲਟਰੀ ਪਾਵਰ ਨੇ ਰੂਪ ਬਹੁਤ ਬਦਲ ਲਿਆ, ਬਹੁਤ ਰੂਪ ਬਦਲ ਗਿਆ। ਹੁਣ ਇਹਦਾ ਜਿਹੜਾ ਹੈਗਾ ਇਹ ਤਲਵਾਰਾਂ ਕਿਰਪਾਨਾਂ ਚੋਂ ਨਿਕਲ ਗਈ ਹੈ ਇਹ ਜਾ ਕੇ ਜੀ। ਇਹ ਹੁਣ ਜਿਹੜੀਆਂ ਬੰਦੂਕਾਂ ਚੋਂ ਵੀ ਨਿਕਲ ਗਈ ਹੈ ਜਾ ਕੇ, ਇਹ ਬੰਬਾਂ ਚੋਂ ਵੀ ਨਿਕਲ ਗਈ, ਇਹ ਮਿਜ਼ਾਈਲਾਂ ਤੇ ਆ ਗਈ ਹੈ ਜੀ ਪੋਲੀਟੀਕਲ ਪਾਵਰ। ਜਿਹੜੀ ਮਿਲਟਰੀ ਪਾਵਰ ਜਿਹੜੀ ਮਿਲਟਰੀ ਪਾਵਰ ਹੁਣ ਇੱਦਾਂ ਆ ਗਈ ਹੈ ਜੀ। ਹੁਣ ਫਿਰ ਮੈਂ ਤੁਹਾਨੂੰ ਦੱਸਾਂ, ਉੱਥੇ ਸਿੱਖ ਇਤਿਹਾਸ ਦੇ ਵਿੱਚ ਜਿਸ ਵੇਲੇ ਅਸੀਂ ਦੇਖਦੇ ਹਾਂ ਜਾ ਕੇ ਜੀ ਵੀ ਸਿੱਖ ਆਮ ਤੌਰ 'ਤੇ ਕਿਹਾ ਜਾਂਦਾ ਵੀ ਬਹਾਦਰ ਕੌਮ ਹੈ ਜੀ, ਜਾਂ ਪੰਜਾਬੀ ਕਹਿ ਲਓ, ਪੰਜਾਬੀ ਬਹਾਦਰ ਕੌਮ ਹੈ। ਅੱਛਾ ਉਹ ਜਿਹੜੇ ਬਹਾਦਰੀ ਗਿਣੀ ਜਾਂਦੀ ਸੀ ਉਸ ਵੇਲੇ, ਕਿਉਂਕਿ ਉਹ ਤਲਵਾਰ ਦੇ ਯੁੱਧ ਦੇ ਵਿੱਚ ਜਿਹੜੇ ਹੈਗੇ ਆ ਉਹ ਤਕੜੇ ਸੀਗੇ, ਬਹਾਦਰੀ ਨਾਲ ਲੜਦੇ ਸੀਗੇ ਜਾ ਕੇ, ਘੋੜੇ ਤੇ ਚੜ੍ਹ ਕੇ ਤਲਵਾਰ ਨਾਲ ਉਹ ਲੜਦੇ ਸੀਗੇ ਜਾ ਕੇ। ਅੱਛਾ ਉਹ ਉਸੇ ਵੇਲੇ ਕਿਉਂਕਿ ਰੌਲਾ ਕੀ ਸੀ, ਰੌਲਾ ਇਹ ਸੀ ਵੀ ਜਿਹੜੇ ਲੜਦੇ ਸੀ ਜ਼ੁਲਮ ਦੇ ਖਿਲਾਫ ਔਰ ਜਿਹੜੇ ਜ਼ੁਲਮ ਕਰਦੇ ਸੀ ਉਹਨਾਂ ਦੇ ਹਥਿਆਰਾਂ ਵਿੱਚ ਬਹੁਤਾ ਫਰਕ ਨਹੀਂ ਸੀ। ਉਹ ਘੋੜੇ ਤਾਂ ਵੱਧ ਤੋਂ ਵੱਧ ਤਲਵਾਰ ਤੇ ਤੋੜੇਦਾਰ ਬੰਦੂਕ ਉਹਨਾਂ ਕੋਲ ਸੀ, ਘੋੜੇ ਤੇ ਤਲਵਾਰ ਤੋੜੇਦਾਰ ਬੰਦੂਕ ਉਹਨਾਂ ਦੇ ਕੋਲ ਸੀਗੀ, ਕਿਉਂਕਿ ਉਹ ਬਹਾਦਰੀ ਵਿੱਚ ਉਹਨਾਂ ਨੂੰ ਤਕੜੇ ਸੇ। ਮੁਗਲ ਸੋਲਜਰ ਰਿਆਸ਼ ਹੋ ਗਏ ਸੇ ਜ਼ਿਆਦਾ, ਉਹ ਲੜਨ ਦੇ ਯੋਗ ਨਾ ਸੀ ਰਹੇ ਜਾ ਕੇ, ਉੱਥੇ ਬਹਾਦਰੀ ਨੇ ਉਹ ਹਰਾਤੇ ਜਾ ਕੇ, ਹਾਂਜੀ, ਕਿਉਂਕਿ ਉਹ ਬਹਾਦਰ ਸੀ, ਉਹਨਾਂ ਕੋਲ ਤਲਵਾਰ ਦੀ ਲੜਾਈ ਸੀ। ਹੁਣ ਜਿਹੜੀ ਹੈਗੀ ਆ ਹੁਣ ਬਹਾਦਰੀ ਉਹਨਾਂ ਕਾਊਂਟ ਨਹੀਂ ਕਰਦੀ ਮਿਲਟਰੀ ਦੇ ਵਿੱਚ ਜੀ, ਉਹਨਾਂ ਨਹੀਂ ਕਰਦੀ ਆ, ਉਹਨਾਂ ਕਾਊਂਟ ਨਹੀਂ ਕਰਦੇ, ਕਿਉਂਕਿ ਹੁਣ ਤਾਂ ਤੁਸੀਂ ਇੱਥੇ ਬੈਠੇ ਮਿਜ਼ਾਈਲਾਂ ਮਾਰੀ ਜਾਂਦੇ ਆ। ਉਹ ਤਾਂ ਜੀ ਵੀਡੀਓ ਗੇਮ ਵਾਂਗੂ ਵੀਡੀਓ ਗੇਮਾਂ ਬੈਠੇ ਜੇ ਇੱਥੇ ਬੈਠੇ ਮਿਜ਼ਾਈਲਾਂ ਮਾਰੀ ਜਾਂਦੇ ਆ ਤਾਂ ਉਹ ਦੂਜੇ ਦੇਸ਼ ਨੂੰ ਤਬਾਹ ਕਰੀ ਜਾਂਦੇ ਆ। ਸੋ ਇੱਥੇ ਜਿਹੜਾ ਹੈਗਾ ਹੁਣ ਬਹਾਦਰੀ ਦਾ ਕਨਸੈਪਟ ਮਿਲਟਰੀ ਦੇ ਨਾਲ ਹੌਲੀ ਹੌਲੀ ਘਟਣ ਲੱਗ ਪਿਆ। ਹੁਣ ਟੈਕਨੀਕਲ ਬਦਲਣ ਲੱਗ ਪਿਆ, ਤੇ ਜਾਂ ਆਪਾਂ ਕਹਿ ਲਓ ਦਿਮਾਗੀ ਰੋਲ ਜ਼ਿਆਦਾ ਬਦਲਣ ਲੱਗ ਪਿਆ ਜਾ ਕੇ ਜੀ। ਉਹ ਜਿਹੜਾ ਕਹਿੰਦਾ ਤਕੜੇ ਦਾ 37 ਵੀ 100, ਉਹ 37 ਵੀ 100 ਹੁਣ ਜਿਹੜਾ ਦਿਮਾਗੀ ਤੌਰ ਤੇ ਤਕੜਾ ਹੈ ਉਹਦਾ 37 ਵੀ ਹਾਂ, ਜਿਹੜੇ ਕੁਸੁੰਨ ਮਾਰਦਾ ਮੁੱਕੇ ਮਾਰਦਾ ਉਹਦਾ ਨਹੀਂ। ਤਲਵਾਰ ਵਾਲੇ ਦੀ ਬੰਦੂਕ ਵਾਲੇ ਦੀ, ਤਲਵਾਰ ਵਾਲੇ ਤਾਂ ਬੰਦੂਕ ਵਾਲੇ ਦੀ ਹੁਣ ਨਹੀਂ ਆਇਆ। ਤਲਵਾਰ ਤੋਂ ਗਾਹਾਂ ਤੋਪਾਂ ਆਈਆਂ, ਟੈਂਕਾਂ ਆਈਆਂ, ਉਹਨਾਂ ਦਾ ਵੀ ਯੁੱਗ ਤਕਰੀਬਨ ਹੋਈ ਆ। ਹੁਣ ਤਾਂ ਲੜਾਈ ਹੋਰ ਤਰ੍ਹਾਂ ਦੀ ਹੋਈ ਜਾਂਦੀ ਹੈ। ਸੋ ਮਿਲਟਰੀ ਪਾਵਰ ਜਿਹੜੀ ਹੈਗੀ ਹੈ ਨਾ ਜੀ, ਦੇਖੋ ਉਸ ਵੇਲੇ ਵੀ ਜਿੱਦਾਂ ਆਪਾਂ ਕਹਿੰਦੇ ਵੀ ਦੇਖੋ ਗੁਰੂ ਸਾਹਿਬ ਨੇ ਵੀ ਉਸ ਵੇਲੇ ਕਿਹਾ ਵੀ ਜਾ ਕੇ ਇਹ ਯੂਜ਼ ਕਰ ਲੈਣੀ ਚਾਹੀਦੀ ਹੈ ਮਿਲਟਰੀ ਪਾਵਰ। ਇਹ ਇੱਦਾਂ ਨਹੀਂ ਹੈ ਵੀ ਆਲ ਬਾਡੀ ਹੈ, ਜੇਕਰ ਉਹ ਚੂੰਕਾਰ ਅਜ਼ਮ ਹੋਏ ਹੀਲ ਤੇ ਦਰਗੁਜ਼ਸ਼ ਉਹਦਾ ਮਤਲਬ ਜਦ ਲੋੜ ਆ ਤਾਂ ਉਹ ਯੂਜ਼ ਕਰ ਲੈਣੀ ਚਾਹੀਦੀ ਆ। ਦੇਖੋ ਐਂਡ ਦੇ ਵਿੱਚ ਜਿਹੜੀ ਹੈਗੀ ਆ, ਐਂਡ ਦੇ ਵਿੱਚ ਅਜੇ ਵੀ ਜਿਹੜੀ ਦੁਨੀਆ ਦੀ ਤਾਕਤ ਉਹਦੇ ਕੋਲੇ ਰਹਿਣੀ ਆ ਜਿਹਦੇ ਕੋਲ ਮਿਲਟਰੀ ਪਾਵਰ ਆ। ਕਿਹਾ ਇਹ ਜਾਂਦਾ ਵੀ ਨਹੀਂ ਜੀ ਪੀਪਲਸ ਪਾਵਰ ਜਿਹੜੀ ਹੈਗੀ ਆ ਉਹ ਮਿਲਟਰੀ ਪਾਵਰ ਨਾਲੋਂ ਵੀ ਉੱਪਰ ਹੁੰਦੀ ਆ। ਕਹਿੰਦੇ ਤੇ ਇਹੀ ਹੈ ਵੀ ਪੀਪਲਸ ਪਾਵਰ ਸਭ ਤੋਂ ਉੱਪਰ ਹੈਗੀ ਆ, ਪਰ ਪੀਪਲਸ ਪਾਵਰ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਜੇ ਉਹ ਚਾਹੁੰਦੇ ਆ ਤਾਂ ਕੁਚਲ ਕੇ ਰੱਖ ਦਿੰਦੇ ਆ ਜਾ ਕੇ। ਤਾਂ ਲੋਕ ਪੀਪਲਸ ਪਾਵਰ ਤਾਂ ਨਹੀਂ ਹੈਗਾ। ਕਹਿੰਦੇ ਕੀ ਹੈ, ਕਹਿੰਦੇ ਸਾਹਿਬ ਹਰ ਇਨਕਲਾਬ ਇਹੀ ਕਹਿੰਦਾ ਵੀ ਜਾ ਕੇ ਜੀ ਇਹ ਪੀਪਲਸ ਰੈਵੋਲੂਸ਼ਨ ਹੈ। ਪੀਪਲ ਉਹਨੂੰ ਪੀਪਲ ਦੀ ਟੋਟਲ ਸਪੋਰਟ ਹੁੰਦੀ ਆ ਕਿ ਨਹੀਂ ਹੁੰਦੀ, ਇਹਦੇ ਹੋਰ ਡਿਸਾਈਡ ਜਾ ਕੇ ਉਹ ਕਹਿ ਦਿੰਦੇ ਆ, ਧੱਕੇ ਨਾਲ ਲੈ ਜਾਂਦੇ ਆ। ਮੈਂ ਤਾਂ ਉਸ ਵੇਲੇ ਵੇਖ ਗਈ ਸੀ ਵੀ ਜਿਹੜੀ ਇਹ ਰਾਜ ਸੱਤਾ ਸੋਵੀਅਤ ਯੂਨੀਅਨ ਵਿੱਚ ਵੀ ਆਈ ਆ, ਜਾਂ ਰਸ਼ੀਅਨ ਰੈਵੋਲੂਸ਼ਨ ਵੀ ਆਇਆ, ਜਾਂ ਚਾਈਨੀਜ਼ ਰੈਵੋਲੂਸ਼ਨ ਆਇਆ, ਇਹ ਧੱਕੇ ਨਾਲ ਆਇਆ। ਇਹ ਜਿਹੜਾ ਹੈਗਾ ਇਹ ਹਿਸਟਰੀ ਦੇ ਲੌਜਿਕ ਦੇ ਵਿੱਚ ਨਹੀਂ ਆਇਆ ਹੈ ਵੀ ਜਿੱਦਾਂ ਇਹਨੇ ਰਿਪਲੇਸ ਕੀਤਾ ਹੋਵੇ ਵੀ ਸਲੇਵਰੀ ਨੂੰ ਫਿਊਡਲਿਜ਼ਮ ਨੇ ਕੀਤਾ, ਫਿਊਡਲਿਜ਼ਮ ਨੇ ਕੈਪੀਟਲਿਜ਼ਮ ਨਹੀਂ ਕੀਤਾ, ਕੈਪੀਟਲਿਜ਼ਮ ਨੂੰ ਸੋਸ਼ਲਿਜ਼ਮ ਨੇ ਕਰਨਾ ਸੀ। ਇੱਦਾਂ ਨਹੀਂ ਹੋਇਆ, ਉਹ ਜ਼ੋਰ ਨਾਲ ਧੱਕੇ ਨਾਲ ਹੋਇਆ, ਮਿਲਟਰੀ ਪਾਵਰ ਦੇ ਨਾਲ ਹੋਇਆ ਜਾ ਕੇ। ਜਿੱਥੇ ਵੀ ਹੁਣ ਫਰਾਂਸ ਦੇ ਵਿੱਚ ਇਨਕਲਾਬ ਆਇਆ ਉੱਥੇ ਕਤਲ ਹੋਏ, ਚੀਨ 'ਚ ਹੋਏ ਆ, ਚੈਚਨੀਆ 'ਚ ਤੁਸੀਂ ਪਿੱਛੇ ਦੇਖਿਆ ਕੀ ਹੋਇਆ। ਤਿੰਨ ਸਾਹਿਬ ਅਜੇ ਵੀ ਜਿਹੜੇ ਕਹਿੰਦੇ ਨਾ ਪੀਪਲਸ ਪਾਵਰ, ਅਜੇ ਵੀ ਮੈਂ ਤੁਹਾਨੂੰ ਦੱਸਾਂ ਦੁਨੀਆ ਦੇ ਵਿੱਚ ਚੱਲਦੀ ਉਹਦੇ ਹੀ ਆ ਜਿਹਦੇ ਕੋਲ ਮਿਲਟਰੀ ਤਕੜੀ ਹੈ। ਅਜੇ ਵੀ ਇਹੀ ਹੈ, ਤਕੜੇ ਜਿੰਨੇ ਮਰਜ਼ੀ ਹੈ। ਇਹ ਹੁਣ ਮੋਸਟ ਡੈਮੋਕ੍ਰੈਟਿਕ ਕੰਟਰੀ ਜਿਹੜੇ ਹੈਗੇ ਆ ਉਹ ਵੀ ਜ਼ੋਰ ਇਹ ਰੱਖਦੇ ਵੀ ਮਿਲਟਰੀ ਤਕੜੀ ਰਹੇ ਸਾਡੀ। ਇਹ ਇਕੱਲੀ ਪੀਪਲਸ ਪਾਵਰ ਤੇ ਨਹੀਂ ਗੱਲ ਬਣਨੀ ਹੈਗੀ ਜਾ ਕੇ। ਜੇ ਹੋ ਗਏ ਤਾਂ ਕੀ ਕਰਾਂਗੇ ਜਾ ਕੇ। ਹੁਣ ਕੀ ਹੋ ਰਿਹਾ, ਸਾਰਾ ਮਿਲਟਰੀ ਪਾਵਰ ਤੇ ਸਾਰੀ ਚੀਜ਼ ਨਿਰਭਰ ਕਰਦੀ ਹੈ। ਜਿਹਦੀ ਮਿਲਟਰੀ ਤਕੜੀ ਹੈ ਉਹ ਦੂਏ ਲੈ ਕੇ ਜਾ ਕੇ। ਸੋ ਇਸ ਗੱਲ ਕਰਕੇ ਇਹ ਤਾਂ ਮੈਂ ਇਹ ਸਮਝਦਾ ਵੀ ਔਰ ਮਿਲਟਰੀ ਪਾਵਰ ਤਕੜੀ ਹੋਣ ਕਰਕੇ ਦੇਖੋ ਮਿਲਟਰੀ ਪਾਵਰ ਫਾਈਨੈਂਸ ਨੂੰ ਕਿੱਦਾਂ ਇਨਫਲੂਐਂਸ ਕਰਦੀ ਹੈ, ਕਿਉਂਕਿ ਹਥਿਆਰਾਂ ਦੀ ਜਿਹੜੀ ਹੈਗੀ ਹੈ ਇੰਡਸਟਰੀ ਉਹ ਸਭ ਤੋਂ ਤਕੜੀ ਇੰਡਸਟਰੀ ਹੈ ਇਸ ਵੇਲੇ। ਇਹਦੇ ਤੇ ਹੀ ਆ ਹੁਣ ਜਿਹੜੀ ਬਿਜ਼ਨਸ ਖੜੀ ਆ, ਬਿਜ਼ਨਸ ਹਥਿਆਰਾਂ ਤੇ ਖੜੀ ਹੈ ਜਾ ਕੇ। ਦੁਨੀਆ ਵਿੱਚ ਲੜਾਈ ਹੋਊਗੀ, ਲੜਾਈ ਦੇ ਵਿੱਚ ਹਥਿਆਰ ਵਿਕੂਗੇ, ਹਥਿਆਰ ਵਿਕਣ ਦੇ ਨਾਲ ਜਿਹੜੀ ਹੈਗੀ ਆ ਉਹ ਇਕੋਨਮੀ ਹੋਊਗਾ। ਅਦਰਵਾਈਜ਼ ਜੇ ਥੋੜ੍ਹੀ ਜਿਹੀ ਵੀ ਸੈਂਸੀਬਲ ਗੱਲ ਕੋਈ ਕਰੇ, ਥੋੜ੍ਹੇ ਜਿਹੇ ਵੀ ਕੰਪੈਸ਼ਨ ਹੋਵੇ, ਥੋੜ੍ਹੀ ਜਿਹੀ ਵੀ ਗੱਲ ਹੋਵੇ ਵੀ ਕਿਉਂ ਹਥਿਆਰ ਤੁਸੀਂ ਬਣਾਦੇ ਆ, ਕਿਉਂ ਬਣਾ ਕੇ ਦੁਨੀਆ ਦੇ ਵਿੱਚ ਐਮੂਨੇਸ਼ਨ ਭੇਜ ਰਹੇ ਆ ਜਾ ਕੇ ਲੋਕ ਭੁੱਖਮਰੀ ਨਾਲ ਮਰ ਰਹੇ। ਉਹਨਾਂ ਮੁਲਕਾਂ ਵਿੱਚ ਲੋਕਾਂ ਦਾ ਸਟੈਂਡਰਡ ਨਹੀਂ ਹੈ ਵੀ ਜਿਹੜੇ ਤੁਸੀਂ ਇਹਦੇ ਵਿੱਚ ਕੀ ਡਿਨਾਈ ਇਫੈਕਟ ਹੈਗੀ ਜਾ ਕੇ ਵੀ ਜਿਹੜੇ ਹਥਿਆਰ ਬਚਦੇ ਆ ਉਹ ਨਹੀਂ ਦੁਨੀਆ ਮਾਰਨੀ ਹੈ।
ਪਰ ਫਿਰ ਵੀ ਬਣਾਈ ਜਾਂਦੇ ਆ ਜਾ ਕੇ ਜੀ, ਕਿਉਂਕਿ ਜ਼ੋਰ ਮਿਲਟਰੀ ਪਾਵਰ ਨਾਲ ਤਕੜਾ ਹੁੰਦਾ। ਸੋ ਮਿਲਟਰੀ ਪਾਵਰ ਜਿਹੜੀ ਹੈਗੀ ਆ ਇਹ ਇੱਕ ਬੜੀ ਪਾਵਰ ਹੈਗੀ ਆ, ਔਰ ਇਹ ਤੋਂ ਕੋਈ ਮੁਲਕ ਵੀ ਜਿਹੜਾ ਹੈਗਾ ਆ ਉਹ ਭੱਜਦਾ ਨਹੀਂ ਹੈ ਜੀ ਮਿਲਟਰੀ ਪਾਵਰ ਤੋਂ। ਸੋ ਮੈਂ ਤਾਂ ਹੁਣ ਇਹਦੇ 'ਤੇ ਇਹੀ ਕਹਿ ਸਕਦਾ ਜਾ ਕੇ ਜੀ ਵੀ ਮਿਲਟਰੀ ਪਾਵਰ ਜਿਹੜੀ ਹੈਗੀ ਆ ਦੁਨੀਆ ਦੇ ਵਿੱਚ ਘਟਣੀ ਚਾਹੀਦੀ ਆ ਕਿਸੇ ਤਰ੍ਹਾਂ। ਜੇ ਮਿਲਟਰੀ ਪਾਵਰ ਦੁਨੀਆ 'ਚ ਇੱਦਾਂ ਹੀ ਚੱਲਦੀ ਗਈ ਤਾਂ ਫਿਰ ਕੋਈ ਹੈ ਨਹੀਂ ਇਹਦਾ ਜਾ ਕੇ। ਵੈਸੇ ਪਾਵਰ ਦੀ ਗੱਲ ਕਰਦੇ ਹੋਇਆ ਜਿਹੜੀ ਸਪਿਰਿਚੁਅਲ ਪਾਵਰ ਹੈ, ਰੂਹਾਨੀ ਸ਼ਕਤੀ ਹੈ ਜਿਹੜੀ, ਇਸ ਦਾ ਕੋਈ ਰੋਲ ਹੈ ਜ਼ਿੰਦਗੀ 'ਚ? ਪਹਿਲਾਂ ਇਹ ਕਰ ਲਈਏ। ਅੱਛਾ ਤੁਸੀਂ ਦੇਖੋ, ਜਿੱਦਾਂ ਮੈਂ ਕਿਹਾ ਸੀ ਨਾ ਵੀ ਬਦਲ ਕਿੱਦਾਂ ਰਹੀ ਹੈ ਮਿਲਟਰੀ ਪਾਵਰ। ਇੱਕ ਵਾਰ ਤੁਸੀਂ ਜਿਹੜਾ ਇਹ ਕਿਊਬਨ ਰੈਵੋਲੂਸ਼ਨ ਦੇ ਵਿੱਚ ਸ਼ੀ ਗਵੇਰੇ ਦਾ ਨਾਮ ਬਹੁਤ ਆਉਂਦਾ। ਹਾਂ ਜੀ, ਮੋਟਰਸਾਈਕਲ ਤੇ ਕ੍ਰਾਸ ਕੰਟਰੀ। ਸ਼ੀ ਗਵੇਰੇ ਨੇ ਚੀ ਗਵੇਰਾ ਵਿੱਚ ਹੀ ਕਹਿੰਦੇ ਉਹਨੂੰ, ਕਈ ਵਾਰ ਇੱਕ ਵਾਰ ਉਹਨੇ ਗੱਲ ਕਹੀ, ਕਹਿੰਦਾ ਗਿਵ ਮੀ 1000 ਪੀਪਲ ਆਫ ਮਾਈ ਚੋਇਸ, ਆਈ ਵਿਲ ਗਿਵ ਯੂ ਦ ਵਰਲਡ ਰੈਵੋਲੂਸ਼ਨ। 1000 ਬੰਦਾ ਦੇ ਦਿਓ, ਕਹਿੰਦਾ ਮੇਰੇ ਮਾਰ ਦਿਓ। ਉਹਦਾ ਮਤਲਬ ਲੜਨ ਮਰਨ ਵਾਲੇ, ਕੱਟਣ ਵਾਲੇ। ਹੁਣ ਉਹ ਗੱਲ ਨਹੀਂ ਹੈ ਜੀ। ਹੁਣ ਉਹ ਇਹ ਤਾਂ ਕਹਿ ਸਕਦਾ ਵੀ 1000 ਮਜ਼ਾਈਲ ਦੇ ਦਿਓ ਮੈਨੂੰ, ਦੂਈ ਦੇ ਦਿਓ ਜਾ ਕੇ। ਉਹ ਪਾਵਰ ਜਾਂਦੀ ਲੱਗੀ, ਮੇਰਾ ਮਤਲਬ ਇਹ ਸੀਗਾ। ਅੱਛਾ ਹੁਣ ਤੁਸੀਂ ਸਪਿਰਿਚੁਅਲ ਦੀ ਗੱਲ ਕੀਤੀ। ਸਪਿਰਿਚੁਅਲ ਤੋਂ ਪਹਿਲਾਂ ਮੈਨੂੰ ਇੱਕ ਹੋਰ ਜਿਹੜੀ ਬਹੁਤ ਉੱਭਰ ਰਹੀ ਪਾਵਰ ਹੈ ਨਾ ਜੀ, ਉਹਦੀ ਗੱਲ ਕਰ ਲੈਣ ਦਿਓ। ਓਕੇ। ਉਹ ਹੈਗੀ ਤੁਹਾਡੀ ਪਾਵਰ। ਮੇਰਾ ਮਤਲਬ ਤੁਹਾਡੀ ਪਾਵਰ ਤੋਂ ਮਤਲਬ ਮੀਡੀਆ ਪਾਵਰ। ਮੀਡੀਆ ਦੀ ਜਿਹੜੀ ਪਾਵਰ ਆ ਇਹ ਦਿਨ ਬ ਦਿਨ ਬਹੁਤ ਜ਼ੋਰ ਫੜ ਰਹੀ ਹੈ। ਇਹ ਨਵੀਂ ਪਾਵਰ ਉੱਠੀ ਹੈ, ਔਰ ਨਵੀਂ ਪਾਵਰ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਇਹ। ਔਰ ਇਹਦੇ ਵਿੱਚ ਸਹੀ ਮਾਇਨਿਆਂ ਦੇ ਵਿੱਚ ਮੈਂ ਜੋ ਸਮਝਦਾ, ਜਿਹੜਾ ਮੀਡੀਆ ਅਜੇ ਉੱਦਾਂ ਪੂਰੇ ਤੌਰ 'ਤੇ ਡਿਵੈਲਪ ਨਹੀਂ ਹੋਇਆ ਜਿੱਦਾਂ ਮੀਡੀਆ ਡਿਵੈਲਪ ਹੋਣਾ ਚਾਹੀਦਾ। ਪਾਵਰ ਇਹਦੇ ਕੋਲ ਬਹੁਤ ਆ ਗਈ ਆ, ਔਰ ਅਜੇ ਪਰ ਇੱਦਾਂ ਹੈ ਵੀ ਉਹ ਮੀਡੀਆ ਦੇ ਵਿੱਚ ਹੁਣ ਤੁਸੀਂ ਦੇਖੋ, ਮੀਡੀਆ ਗਵਰਨਮੈਂਟਾਂ ਬਦਲ ਦਿੰਦਾ ਜਾ ਕੇ ਜੀ। ਮੀਡੀਆ ਲੋਕ ਰਾਏ ਬਦਲ ਦਿੰਦਾ ਜਾ ਕੇ, ਗੌਰਮੈਂਟ ਨੂੰ ਹਰਾ ਦਿੰਦਾ, ਜਿਤਾ ਦਿੰਦਾ ਜਾ ਕੇ, ਲੜਾਈਆਂ ਲਵਾ ਦਿੰਦਾ, ਲੜਾਈਆਂ ਹਟਵਾ ਦਿੰਦਾ ਜਾ ਕੇ। ਮੀਡੀਆ 'ਚ ਪਾਵਰ ਇੰਨੀ ਹੋਈ ਹੈ, ਠੀਕ ਹੈ ਨਾ ਜੀ। ਤੁਸੀਂ ਬੈਠੇ ਦੇਖਿਆ, ਤੁਹਾਡੇ 'ਚ ਵੀ ਆਪਣੀ ਪਾਵਰ ਹੈ, ਤੁਹਾਡੇ ਲੈਵਲ 'ਤੇ ਜਾ ਕੇ ਤੁਸੀਂ ਵੀ ਇੱਥੇ ਲੋਕਾਂ ਦੀ ਓਪੀਨੀਅਨ ਬਦਲਦੇ ਆ ਜਾ ਕੇ, ਠੀਕ ਹੈ ਨਾ। ਮੀਡੀਆ ਦਾ ਰੋਲ ਬਹੁਤ ਹੈ, ਪੋਜ਼ੀਟਿਵ ਵੀ। ਪਰ ਮਾੜੀ ਗੱਲ ਇਹ ਹੋ ਰਹੀ ਹੈ ਜਾ ਕੇ ਵੀ ਅਜੇ ਤੱਕ ਮੀਡੀਆ ਪੂਰਨ ਤੌਰ 'ਤੇ ਨਿਰਪੱਖ ਨਹੀਂ ਡਿਵੈਲਪ ਹੋਇਆ, ਪੂਰਨ ਤੌਰ 'ਤੇ। ਹੁਣ ਮੀਡੀਆ ਦੇ ਵਿੱਚ ਸਾਹਿਬ ਦੇਖੋ, ਕਈ ਮੀਡੀਆ ਤਾਂ ਇਹੋ ਜਿਹੇ ਹੈਗੇ ਆ ਜਿਹੜੇ ਕਮਿਟਡ ਮੀਡੀਆ ਹੈ। ਉਸ ਮੀਡੀਆ ਨੇ ਤਾਂ ਗੱਲ ਉਹੀ ਕਰਨੀ ਆ, ਜੇ ਜਿੱਦਾਂ ਤੁਸੀਂ ਕਹਿ ਲਓ ਬਈ ਆਹ ਸੋਸ਼ਲਿਸਟ ਮੀਡੀਆ ਆ ਦੂਜੇ, ਉਹਨੇ ਉਹੀ ਗੱਲ ਕਰਨੀ ਆ, ਕਿਉਂਕਿ ਉਹ ਕਮਿਟਡ ਆ ਉਹਦੇ ਲਈ। ਦੂਜਾ ਮੀਡੀਆ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਨਿਰਪੱਖ ਮੀਡੀਆ ਕਹਾਉਂਦਾ ਆ, ਪਰ ਉਹ ਨਿਰਪੱਖ, ਟੋਟਲ ਨਿਰਪੱਖ ਮੀਡੀਆ ਨਹੀਂ ਹੈ, ਕਿਉਂਕਿ ਉਹ ਵੀ ਇਨਫਲੂਐਂਸ ਹੋ ਰਿਹਾ। ਉਹ ਫਾਈਨੈਂਸ ਤੋਂ ਵੀ ਇਨਫਲੂਐਂਸ ਹੋ ਰਿਹਾ ਜੀ, ਉਹ ਪੋਲੀਟੀਕਲ ਪਾਵਰ ਤੋਂ ਵੀ ਇਨਫਲੂਐਂਸ ਹੋ ਰਿਹਾ ਜਾ ਕੇ ਜੀ। ਉਹਨੂੰ ਹੋਰ ਕਿਸਮ ਦੇ ਲਾਲਚ ਵੀ ਆ ਰਹੇ ਆ, ਜਿਹਦੇ ਕਰਕੇ ਉਹ ਇਨਫਲੂਐਂਸ ਹੋ ਰਿਹਾ। ਸੋ ਮੀਡੀਆ ਜਿਹੜਾ ਹੈਗਾ ਜੀ, ਉਹ ਮੀਡੀਆ ਦੇ ਜਿੱਦਾਂ ਤੁਸੀਂ ਕਹਿ ਲਓ ਵਿਕਣ ਦੀਆਂ ਖਬਰਾਂ ਵੀ ਆ ਰਹੀਆਂ ਵੀ ਮੀਡੀਆ ਵਿਕ ਗਿਆ ਜੀ, ਮੀਡੀਆ ਫਲਾਣੇ ਦੇ ਹੱਕ 'ਚ ਵਿਕ ਗਿਆ, ਫਲਾਣੇ ਦੇ ਹੱਕ 'ਚ। ਸੋ ਅੱਜ ਕੱਲ੍ਹ ਜਿਹੜਾ ਹੈਗਾ ਆ, ਹੁਣ ਇਹਨੂੰ 4th ਪਿਲਰ ਆਫ ਡੈਮੋਕਰੇਸੀ ਕਿਹਾ ਜਾਂਦਾ ਵੀ ਚੌਥਾ ਪਿਲਰ ਹੈ ਵੀ ਜਾ ਕੇ ਇਹਦੇ 'ਤੇ ਡੈਮੋਕਰੇਸੀ ਖੜੀ ਹੈ। ਹੁਣ ਇਹਦੇ 'ਤੇ ਡੈਮੋਕਰੇਸੀ ਉਸੇ ਹਾਲਤ ਵਿੱਚ ਖੜੀ ਆ ਜੇ ਮੀਡੀਆ ਨਿਰਪੱਖ ਰਹਿ ਕੇ ਗੱਲ ਕਰੇ। ਮੀਡੀਆ 'ਚ ਜ਼ਿਆਦਾ ਕੀ ਹੋ ਰਿਹਾ, ਮੀਡੀਆ ਜ਼ਿਆਦਾ ਜਿਹੜਾ ਹੈਗਾ ਉਹ ਫੈਕਟ ਦੇਣ ਦੀ ਬਜਾਏ ਓਪੀਨੀਅਨ ਦੇਈ ਜਾਂਦਾ ਜੀ। ਉਹ ਫੈਕਟਸ ਘੱਟ ਦਿੰਦਾ, ਓਪੀਨੀਅਨ ਜ਼ਿਆਦਾ ਦਿੰਦਾ ਜੀ। ਉਹਨਾਂ ਫੈਕਟਸ ਨੂੰ ਇੱਦਾਂ ਮਰੋੜ ਕੇ ਦੇ ਰਿਹਾ ਜਿੱਦਾਂ ਉਹ ਕਿਸੇ ਖਾਸ ਕਿਸਮ ਦੀ ਓਪੀਨੀਅਨ ਨੂੰ ਇਨਫਲੂਐਂਸ ਕਰ ਰਿਹਾ ਜਾ ਕੇ। ਇਹ ਜਿਹੜੀ ਹੈਗੀ ਹੈ ਗੱਲ ਮੈਂ ਹੋਣਾ ਨੇ, ਪਰ ਮੈਨੂੰ ਇੰਨਾ ਪਤਾ ਵੀ, ਇੰਨਾ ਪਤਾ ਤਾਂ ਨਹੀਂ ਕਹਿ ਸਕਦਾ, ਮੈਂ ਇੰਨਾ ਸਮਝਦਾ ਜਾ ਕੇ ਵੀ ਮੀਡੀਆ ਭਵਿੱਖ ਵਿੱਚ ਇਹਦੀ ਪਾਵਰ ਹੋਰ ਵਧਣੀ ਆ, ਇਹਦੀ ਹੋਰ। ਬਾਕੀ ਮੈਂ ਤਾਂ ਕਿਉਂਕਿ ਐਵੋਲੂਸ਼ਨ 'ਚ ਯਕੀਨ ਕਰਦਾ, ਸੋ ਮੈਂ ਸਮਝਦਾ ਮੀਡੀਆ ਨਿਰਪੱਖ ਵੀ ਹੋਊਗਾ, ਹੌਲੀ ਬੈਟਰ ਹੋਊਗਾ ਜਾ ਕੇ। ਅਤੇ ਇਹ ਜਿਹੜਾ ਹੈਗਾ ਆ ਇਹ ਖਤਰਨਾਕ ਕੰਮ ਵੀ ਹੈ। ਮੀਡੀਆ ਦੇ ਬੰਦੇ ਕੁਰਬਾਨੀਆਂ ਵੀ ਬਹੁਤ ਦਿੰਦੇ ਆ, ਜੰਗ ਦੇ ਮੈਦਾਨ ਦੇ ਵਿੱਚ ਖੜ੍ਹ ਕੇ ਉੱਥੋਂ ਜਾ ਕੇ ਰਿਪੋਰਟ ਕਰ ਰਹੇ, ਉੱਥੇ ਮਰਦੇ ਆ ਬੰਦੇ ਜਾ ਕੇ, ਉਹਨਾਂ ਨੂੰ ਜਾ ਕੇ। ਔਰ ਮੀਡੀਆ ਇੱਦਾਂ ਮਾਰਦੇ, ਔਰ ਮੀਡੀਆ ਨੂੰ ਜਿਹੜੇ ਲੋਕਾਂ ਦੇ ਖਿਲਾਫ ਆ ਦੂਜੇ ਮਾਰਦੇ ਆ, ਗੋਲੀਆਂ ਦੇ ਨਾਲ ਵੀ ਮੀਡੀਆ ਵਾਲੇ ਮਰੇ ਆ ਜਾ ਕੇ ਇਹਨਾਂ ਬੰਦਿਆਂ ਨੇ। ਕਰਪਟ ਪੋਲੀਟੀਸ਼ੀਅਨ ਦੇ ਹੱਥੋਂ ਮਰੇ, ਕਰਪਟ ਪੋਲੀਟੀਸ਼ੀਅਨ ਦੇ ਹੱਥੋਂ ਮਰੇ ਆ ਜੀ ਕਿਤੇ। ਅਤੇ ਜਿੱਦਾਂ ਕਿ ਗੌਰਮੈਂਟਾਂ ਬਣਾਉਣ ਅਤੇ ਢਾਉਣ ਦੇ ਵਿੱਚ ਹੱਥ ਹੈਗਾ। ਸੋ ਉਹ ਜਿਹੜਾ ਹੈਗਾ ਮੀਡੀਆ ਦਾ ਰੋਲ ਤਾਂ ਬਾਈ ਐਂਡ ਲਾਰਜ ਤਾਂ ਹੈਗਾ ਪੋਜ਼ੀਟਿਵ ਹੈ। ਮੈਂ ਇਹਦੇ ਖਿਲਾਫ ਨਹੀਂ ਹੈ ਮੀਡੀਆ ਦੇ, ਕਿਉਂਕਿ ਮੀਡੀਆ ਨੇ ਦੁਨੀਆ ਨੂੰ ਬਹੁਤ ਇਨਲਾਈਟਨ ਕੀਤਾ, ਬਹੁਤ ਦੁਨੀਆ ਨੂੰ ਜਿਹੜਾ ਹੈਗਾ ਉਹ ਮੀਡੀਆ ਨੇ ਦੱਸਿਆ ਪਿਆ ਕੁਛ ਹੋ ਰਿਹਾ ਜਾ ਕੇ। ਸੋ ਇਸ ਗੱਲ ਕਰਕੇ ਇਹ ਜਿਹੜੀ ਵੱਧ ਰਹੀ ਪਾਵਰ ਆ, ਇਹ ਵੀ ਜੀ ਆਇਆਂ ਨੂੰ ਫਿਰ ਠੀਕ ਹੈ, ਵਧੀਆ ਚੰਗਾ ਕਿ ਦੁਨੀਆ ਨੂੰ ਦੇ ਰਹੀ ਹੈ। ਇਸ ਪਾਵਰ ਨੂੰ ਆਪਾਂ ਨੂੰ ਦੇਖਣਾ ਚਾਹੀਦਾ। ਅੱਛਾ, ਉਹਦੇ ਨਾਲ ਜਿਹੜੀ ਹੈਗੀ ਆ ਹੁਣ ਤੁਹਾਡੇ ਸਪਿਰਿਚੁਅਲ ਪਾਵਰ ਤੋਂ ਵੀ ਪਹਿਲਾਂ ਇੱਕ ਜਿਹੜੀ ਸਭ ਤੋਂ ਵੱਡੀ ਪਾਵਰ ਆ, ਸਭ ਤੋਂ ਵੱਡੀ ਪਾਵਰ, ਉਹਦੀ ਗੱਲ ਕਰਦੇ ਹਾਂ। ਮਿਲਟਰੀ ਪਾਵਰ ਤੋਂ ਵੀ ਵੱਡੀ, ਮਿਲਟਰੀ ਪਾਵਰ ਤੋਂ ਵੀ ਵੱਡੀ।
ਉਹ ਹੈਗੀ ਪਾਵਰ ਆਫ ਗੋਡ। ਠੀਕ ਹੈ ਜੀ, ਗੋਡ ਦੀ ਪਾਵਰ ਜੀ। ਹੁਣ ਗੋਡ ਦੀ ਪਾਵਰ ਇੱਦਾਂ ਹੈ ਜੀ, ਇਹ ਮਿਲਟਰੀ ਵਾਲਿਆਂ ਨੂੰ ਵੀ ਡਾਊਨ ਕਰ ਦਿੰਦੀ ਹੈ, ਉਹਨਾਂ ਦੇ ਵੀ ਸਿਰ ਝੁਕਾ ਦਿੰਦੀ ਹੈ। ਗੋਡ ਦੀ ਸ਼ਕਤੀ ਦਾ ਲੋਕਾਂ ਦੇ ਉੱਪਰ ਇੰਨਾ ਅਸਰ ਆ, ਹਰ ਖਿੱਤੇ ਵਿੱਚ, ਏਸ਼ੀਆ ਦੇ ਵਿੱਚ, ਯੂਰਪ ਦੇ ਵਿੱਚ, ਅਫਰੀਕਾ ਦੇ ਵਿੱਚ, ਇੱਥੇ ਜਾ ਕੇ ਗੋਡ ਤੋਂ ਇੰਨਾ ਡਰਦੇ ਆ ਲੋਕ ਜੀ, ਇੰਨਾ ਡਰਦੇ ਆ ਗੋਡ ਤੋਂ। ਮੈਂ ਥਿੰਨ ਸਾਹਿਬ, ਤੁਸੀਂ ਵੀ ਦੇਖਿਆ, ਮੈਂ ਵੀ ਦੇਖਿਆ, ਉੱਦਾਂ ਹੀ ਜਾ ਕੇ ਮੱਥੇ ਟੇਕੀ ਜਾਂਦੇ ਆ, ਸਾਨੂੰ ਬਖਸ਼ ਲਈ, ਸਾਨੂੰ ਜਾਣ ਦੇ, ਸਾਨੂੰ ਮਿਹਨਤ ਵਾਲੀ ਗੱਲ ਆ, ਹੱਥ ਜੋੜ ਕੇ ਖੜੇ ਆ ਜਾ ਕੇ ਜੀ, ਮਿਹਨਤ ਵਾਲੀ ਗੱਲ ਆ, ਸਾਡੇ ਗੁਨਾਹ ਮਾਫ ਕਰ ਦੇ, ਸਾਨੂੰ ਦੁੱਖ। ਇੰਨੀ ਪਾਵਰ ਆ ਉਹਦੇ ਵਿੱਚ ਜਾ ਕੇ। ਬੜੇ ਜਾ ਕੇ ਪ੍ਰਾਈਮ ਮਿਨਿਸਟਰਾਂ ਦੇ ਲੈ ਕੇ, ਪ੍ਰੈਜ਼ੀਡੈਂਟ ਤੋਂ ਲੈ ਕੇ ਬੰਦੇ ਜਾ ਕੇ ਆਪਣੇ ਮਿੰਨਤਾਂ ਕਰਦੇ ਆ ਜਾ ਕੇ ਉਹਦੇ ਮੂਹਰੇ ਜਾ ਕੇ, ਵੀ ਸਾਨੂੰ ਬਖਸ਼ ਦੇ। ਮੈਨੂੰ ਨਹੀਂ ਪਤਾ ਕੀ ਬਖਸ਼ੋ। ਉਹਦੇ ਵਿੱਚ ਪ੍ਰਾਊਡ ਮਹਿਸੂਸ ਕਰਦੇ ਆ। ਗੋਡ ਫੀਅਰਿੰਗ ਪਰਸਨ ਇਜ਼ ਅ ਗੁੱਡ ਪਰਸਨ, ਉਹ ਕਹਿੰਦੇ ਗੁੱਡ ਪਰਸਨ ਉਹਦਾ ਇਮੇਜ ਲੋਕਾਂ ਦੇ ਵਿੱਚ ਬਣਦਾ ਜਾ ਕੇ। ਤੁਸੀਂ ਮੈਂ ਹੁਣ ਤੁਹਾਤੋਂ ਮਾਫੀ ਮੰਗਾ ਜਾ ਕੇ, ਜਿਹੜੀ ਮੈਂ ਤੁਹਾਡੇ ਨਾਲ ਜ਼ਿਆਦਤੀ ਕੀਤੀ ਹੋਵੇ, ਉਹ ਮੇਰੀ ਈਗੋ ਤੇ ਵੀ ਹਿੱਟ ਕਰਦੀ ਆ ਜਾ ਕੇ। ਮੇਰਾ ਇਹ ਵੀ ਕਹਿਣਾ ਮੇਰਾ ਮਾਫੀਆਂ ਮੰਗਦਾ ਫਿਰਦਾ ਹੁਣ ਜਾ ਕੇ, ਪਰ ਇਹ ਤੋਂ ਰਾਫੀ ਮੰਗੋ, ਤੁਸੀਂ ਰੱਬ ਤੋਂ ਮਾਫੀ ਮੰਗੋ ਜਾ ਕੇ, ਉਹ ਗ੍ਰੇਟ ਬੰਦਾ ਹੁੰਦਾ ਜਾ ਕੇ। ਔਰ ਤੁਸੀਂ ਥਿੰਨ ਸਾਹਿਬ, ਮੈਂ ਤੁਹਾਨੂੰ ਦੱਸਾਂ, ਸੱਚੀ ਡਰਦੇ ਆ। ਮੇਰਾ ਖਿਆਲ ਆਹ ਜਿਹੜਾ ਮੈਂ ਫਿਕਰਾ ਕਹਿਣ ਲੱਗਦਾ, ਇਹ ਮੇਰਾ ਖਿਆਲ ਪਤਾ ਨਹੀਂ ਦੁਨੀਆ ਵਿੱਚ ਕਰੋੜ ਵਾਰ ਰੋਜ਼ ਹਰ ਘੰਟੇ ਕਿਹਾ ਜਾਂਦਾ, ਰੱਬ ਤੋਂ ਡਰ, ਰੱਬ ਤੋਂ ਡਰ। ਠੀਕ ਹੈ ਜੀ, ਆਹੋ, ਰੱਬ ਦਾ ਖੌਫ ਖਾ, ਰੱਬ ਦਾ ਖੌਫ ਖਾ। ਸੋ ਇਹਦੇ ਵਿੱਚ ਜਿਹੜੀ ਹੈਗੀ ਆ, ਇਹ ਪਾਵਰ ਨਹੀਂ ਹੈ, ਪਾਵਰ ਬਹੁਤ ਜ਼ਿਆਦਾ ਹੈ, ਇੰਨੀ ਪਾਵਰ ਆ। ਇਹ ਪਾਵਰ ਵੀ ਥਿੰਨ ਸਾਹਿਬ ਇੱਦਾਂ ਆ, ਜਿਹੜੀ ਕਹਿੰਦੇ ਤੁਸੀਂ ਦੇਖ ਨਹੀਂ ਸਕਦੇ। ਬਾਕੀ ਜਿੰਨੀਆਂ ਸਾਰੀਆਂ ਪਾਵਰਾਂ ਆਪਾਂ ਡਿਸਕਸ ਕੀਤੀਆਂ, ਉਹ ਤੁਸੀਂ ਹੁਣ ਦੇਖਦੀਆਂ ਆ, ਵਿਜ਼ੀਬਲ ਆ, ਤੁਹਾਨੂੰ ਪਤਾ ਲੱਗਦਾ। ਇਹ ਇਨਵਿਜ਼ੀਬਲ ਪਾਵਰ ਆ, ਦਿਸਦੀ ਨਹੀਂ ਹੈ ਕਿਸੇ ਨੂੰ ਜਾ ਕੇ ਵੀ ਇਹ ਪਾਵਰ ਹੈਗੀ, ਪਰ ਉਹ ਕਹਿੰਦੇ ਹੈਗੀ ਸੀ ਪਾਵਰ। ਪਾਵਰ ਕਿੱਥੇ ਆ? ਉਹ ਕਹਿੰਦੇ, ਕੋਈ ਕਹਿੰਦਾ ਤੁਹਾਡੇ ਅੰਦਰ ਆ, ਕੋਈ ਕਹਿੰਦਾ ਪੱਤੇ ਵਿੱਚ ਆ, ਕੋਈ ਕਹਿੰਦਾ ਹਰ ਜਗ੍ਹਾ ਆ, ਕੋਈ ਕਹਿੰਦਾ ਜਿਸ ਜਜ਼ਮਾਨ 'ਚ ਪਤਾ ਹੀ ਨਹੀਂ, ਨਾ ਰੰਗ ਹੈ, ਨਾ ਰੂਪ ਹੈ, ਨਾ ਕੋਈ ਪਤਾ ਹੈ ਹੀ ਨਹੀਂ, ਪਰ ਡਰ ਬਹੁਤ ਆ। ਡਰ ਕਹਿੰਦੇ ਇੱਦਾਂ ਹੈ ਵੀ ਜੇ ਤੂੰ ਇਹਦੇ ਖਿਲਾਫ ਬੋਲਿਆ, ਤੇਰਾ ਨਾਸ ਉਹ ਨਰਕ ਦੇ ਵਿੱਚ ਸਿੱਟ ਕੇ ਅੱਗਾਂ ਦੇ ਵਿੱਚ ਤੈਨੂੰ ਬਾਲਿਆ ਜਾਣਾ ਉੱਥੇ, ਜੇ ਤੂੰ ਇਹਦੇ ਖਿਲਾਫ ਬੋਲਿਆ। ਤਾਂ ਜੇ ਤੂੰ ਇਹਦੇ ਗੁਣ ਗਾਏ ਜਾ ਕੇ, ਤਾਂ ਫਿਰ ਬਹੁਤ ਹੈਪੀ ਹੁੰਦਾ ਜਾ ਕੇ, ਫਿਰ ਬਿਲਕੁਲ ਠੀਕ ਹੈਗਾ, ਤਾਂ ਫਿਰ ਸਭ ਕੁਝ ਠੀਕ ਆ। ਜੇ ਤੂੰ ਪੈਸੇ ਚੜਾਵੇਂ ਤਾਂ ਹੋਰ ਹੈਪੀ ਹੁੰਦਾ, ਜੇ ਜ਼ਿਆਦਾ ਪੈਸੇ ਚੜਾਵੇਂ ਤਾਂ ਹੋਰ ਹੁੰਦਾ। 100 ਰੁਪਏ ਦਾ ਪ੍ਰਸ਼ਾਦ ਜਿਹੜਾ ਹੁੰਦਾ ਨਹੀਂ ਆ, ਜਿੰਨਾ 1000 ਦਾ ਅਸਰ ਕਰਦਾ, ਪਰ ਪੈਸੇ ਵੀ ਚੜਾਈ ਜਾਂਦੇ ਆ, ਦੁਆ ਵੀ ਡਰੀ ਜਾਂਦੇ ਆ। ਪਰ ਮੈਨੂੰ ਇਹ ਨਹੀਂ ਪਤਾ ਜੀ ਵੀ ਕਿਉਂ ਇੰਨਾ ਡਰਦੇ, ਪਰ ਡਰਦੇ ਹੈਗੇ। ਇਹਦੇ 'ਚ ਕੋਈ ਸ਼ੱਕ ਨਹੀਂ ਗੱਲ ਹੈਗੀ ਆ। ਅਤੇ ਚਾਹੇ ਇੱਦਾਂ ਮੈਂ ਸਮਝਦਾ ਥਿੰਨ ਸਾਹਿਬ, ਜਿਹੜੀ ਗੋਡ ਦੀ ਐਗਜ਼ਿਸਟੈਂਸ ਦੀ ਉਮਰ ਹੈ ਨਾ, ਇਹ ਧਰਮ ਨਾਲੋਂ ਜ਼ਿਆਦਾ ਨਹੀਂ ਹੈ। ਧਰਮ ਦੀ ਉਮਰ ਇਹਨਾਂ ਨਾਲੋਂ ਜ਼ਿਆਦਾ ਹੈ, ਕਿਉਂਕਿ ਧਰਮ ਜਿਸ ਵੇਲੇ ਪਹਿਲਾਂ ਆਇਆ ਨਾ, ਉਸ ਵੇਲੇ ਉਹ ਗੋਡ ਦੀ ਪੂਜਾ ਨਹੀਂ ਸੀ ਕਰਦਾ। ਜੇ ਹਿਸਟਰੀ ਵਿੱਚ ਦੇਖੀਏ, ਧਰਮ ਨੇ ਪਹਿਲਾਂ ਆ ਕੇ ਜਿਹੜਾ ਹੈਗਾ ਵਜੂਦ ਦੇ ਵਿੱਚ ਹੀ ਉਹਨੂੰ ਅੱਗ, ਪਾਣੀ, ਸੱਪ, ਇੱਦਾਂ ਦੀਆਂ ਗੱਲਾਂ ਜਿਹਨਾਂ ਤੋਂ ਉਹਨੂੰ ਡਰ ਲੱਗਦਾ ਸੀ, ਉਹਨਾਂ ਦੀ ਪੂਜਾ ਸ਼ੁਰੂ ਕੀਤੀ ਜਾ ਕੇ ਜੀ। ਫਿਰ ਹੌਲੀ ਦਰਖਤਾਂ ਦੀ ਪੂਜਾ ਸ਼ੁਰੂ ਹੋਈ ਜਾ ਕੇ, ਫਿਰ ਦੇਵੀ ਦੇਵਤਿਆਂ ਦੀ ਪੂਜਾ ਸ਼ੁਰੂ ਹੋਈ, ਫਿਰ ਇਹ ਤੋਂ ਬਾਅਦ ਜਾ ਕੇ ਰੱਬ ਦਾ ਕੌਨਸੈਪਟ ਆਇਆ। ਹੁਣ ਜੇ ਤੁਸੀਂ ਦੇਖੋ, ਉਹਦੀ ਇੱਕ ਕਵਾਲੀ ਆ ਮੇਰਾ ਖਿਆਲ ਨੁਸਰਤ ਦੀ, ਉਹਦੇ ਵਿੱਚ ਇੱਕ ਫਿਕਰਾ ਹੁੰਦਾ ਹੈ, ਤੂੰ ਸ਼ੁਕਰ ਕਰ ਖੁਦਾਇਆ ਤੁਝੇ ਮੈਨੇ ਖੁਦਾ ਬਣਾਇਆ, ਤੁਝੇ ਕੌਣ ਪੁੱਛਤਾ ਤਾ ਮੇਰੀ ਬੰਦਗੀ ਸੇ ਪਹਿਲੇ। ਤੈਨੂੰ ਕੌਣ ਪੁੱਛਦਾ ਸੀ? ਕਹਿੰਦਾ ਮੈਂ ਹੀ ਤੈਨੂੰ ਰੱਬ ਬਣਾਇਆ। ਅੱਛਾ ਚਲੋ, ਇਹ ਸੈਪਰੇਟ ਗੱਲ ਆ ਵੀ ਇਹਦੇ 'ਤੇ ਆਪਣੇ ਵਿਸ਼ਵਾਸ ਆ। ਕੋਈ ਕਹਿੰਦਾ ਬੰਦੇ ਨੇ ਰੱਬ ਨੂੰ ਬਣਾਇਆ, ਕੋਈ ਕਹਿੰਦਾ ਰੱਬ ਨੇ ਬੰਦੇ ਨੂੰ ਬਣਾਇਆ। ਇਹ ਆਪਣੇ ਵਿਸ਼ਵਾਸ ਆ। ਇਹ ਤੁਹਾਡੇ ਕੋਲ ਟਾਈਮ ਕਿੰਨਾ ਆ? ਹਲੇ ਹੈਗੇ ਜੀ 10 ਮਿੰਟ ਹੋਰ। ਅੱਛਾ, ਆਪਾਂ ਇੱਕ ਬ੍ਰੇਕ ਲੈ ਲਈਏ, ਫਿਰ ਉਸ ਤੋਂ ਬਾਅਦ ਸਪਿਰਿਚੁਅਲ ਪਾਵਰ ਦੀ ਗੱਲ ਕਰਾਂਗੇ। ਹੁਣ ਸਪਿਰਿਚੁਅਲ ਪਾਵਰ ਦੀ ਗੱਲ ਦੱਸੋ। ਪ੍ਰੋਫੈਸਰ ਮੋਹਨ ਸੋਨਾ ਦੀ ਜਿਹੜੀ ਰੱਬ ਦੀ ਕਵਿਤਾ, ਉਹ ਜਿਹੜੀ ਪਿਛਲੀਆਂ ਲਾਈਨਾਂ, ਪਹਿਲੀਆਂ ਤਾਂ ਸਾਰਿਆਂ ਨੇ ਤਕਰੀਬਨ ਪਤਾ ਹੈ। ਉਹਦੇ ਵਿੱਚ ਉਹ ਰੱਬ ਨੂੰ ਇਹ ਕਹਿੰਦੇ ਆ ਜੀ, ਉਹ ਕਹਿੰਦੇ ਇੱਕ ਘੜੀ ਜੇ ਖੁੱਲ੍ਹਾ ਦੀਦਾਰ ਦੇ ਦੇਂ, ਸਾਡਾ ਨਿੱਤ ਦਾ ਰੇੜਕਾ ਮੁੱਕ ਜਾਵੇ, ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ, ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ। ਇੱਕ ਵਾਰ ਦਿਖਾ ਦੇ ਆਪਣਾ ਮੂੰਹ, ਕਾਹਨੂੰ ਕਹਿੰਦੇ, ਜੇ ਇੱਕ ਵਾਰ ਮੂੰਹ ਦਿਖਾ ਦੇਵੇ ਤਾਂ ਸਾਰੇ। ਉਹ ਲਿਖਦੇ ਬੜਾ ਵਧੀਆ, ਜੇ ਤੂੰ ਮੂੰਹ ਤੋਂ ਪਰਦਾ ਹਟਾ ਦੇ, ਬਿਟ ਤੱਕਦਾ ਕੁੱਲ ਸੰਸਾਰ ਰਹਿ ਜਾਏ, ਭਾਈ ਦੇ ਹੱਥ ਵਿੱਚ ਸੰਖ ਫੜਿਆ ਵਾਂਗ ਮੁੱਲਾਂ ਦੇ ਸੰਗ ਵਿਚਕਾਰ ਰਹਿ ਜਾਏ, ਪੰਡਤ ਹੁਣਾਂ ਦਾ ਰਹਿ ਜਾਏ ਸੰਧੂਰ ਘੁਲਿਆ, ਇੱਦਾਂ ਦੀਆਂ ਕੁਝ। ਫਿਰ ਇੱਕ ਵਾਰ ਦਿਖਾ ਦੇ, ਉਹ ਕਹਿੰਦੇ ਜਾ ਕੇ ਐਵੇਂ ਇੰਨੇ ਪੌੜੇ ਹੈਗੇ, ਆਪੇ ਲੜਦੇ ਰਹਿੰਦੇ ਜਾ ਕੇ। ਚਲੋ ਐਨੀਵੇ, ਹੁਣ ਫਿਰ ਸੰਭਾਲਦੇ ਆ ਤੁਹਾਡੇ ਵਾਲੀ ਸਪਿਰਿਚੁਅਲ ਪਾਵਰ। ਦੇਖੋ, ਜੇ ਤਾਂ ਸਪਿਰਿਚੁਅਲ ਪਾਵਰ ਦਾ ਤੁਸੀਂ ਲਫ਼ਜ਼ੀ ਬਤਾ ਲੈਣਾ, ਫਿਰ ਸਪਿਰਿਟ ਦੇ ਨਾਲ ਤਾਲੁਕ ਰੱਖਦੀ ਹੈ ਵੀ ਮਰਨ ਤੋਂ ਬਾਅਦ ਜਿਹੜੀ ਰੂਹ ਆ, ਰੂਹਾਨੀ। ਹੁਣ ਰੂਹ ਜਿਹੜੀ ਹੈ, ਰੂਹ ਦੋ ਚੀਜ਼ਾਂ ਹੈ। ਮੈਂ ਰੂਹ ਨੂੰ ਹੋਰ ਤਰ੍ਹਾਂ ਲੈਣਾ। ਇੱਕ ਤਾਂ ਰੂਹ ਜਿਹੜੀ ਹੈਗੀ, ਬੰਦਿਆਂ ਵਿੱਚ ਵਿਸ਼ਵਾਸ ਇਹ ਆ ਵੀ ਮਰਨ ਤੋਂ ਬਾਅਦ ਬੰਦੇ ਦੀ ਰੂਹ ਜਿਹੜੀ ਹੈਗੀ ਉੱਪਰ ਨੂੰ ਜਾਂਦੀ ਹੈ। ਆਈ ਡੋਂਟ ਬਿਲੀਵ ਇਨ ਦੈਟ। ਪਰ ਇੱਕ ਬੰਦੇ ਦੀ ਰੂਹ ਹੈਗੀ ਜਿਹਨੂੰ ਆਪਾਂ ਆਤਮਾ ਕਹਿੰਦੇ ਹਾਂ, ਉਹ ਜਿਹੜੀ ਹੈਗੀ ਹੈ ਬੰਦੇ ਦੀ ਨੇਕੀ ਜਿਹੜੀ ਹੈ, ਜਿਹੜੀ ਬੰਦੇ ਉਹ ਜਿਹੜੀ ਹੈਗੀ, ਉਹ ਹੈਗੀ ਹੈ ਸਪਿਰਿਚੁਅਲ ਪਾਵਰ ਜਾ ਕੇ।
ਹੁਣ ਸਪਿਰਚੁਅਲ ਪਾਵਰ ਸਹੀ ਮੈਨੇ ਵਿੱਚ ਜੇ ਤੁਹਾਨੂੰ ਮੈਂ ਦੱਸਾਂ ਤੇ ਸਭ ਨਾਲੋਂ ਤਾਕਤਵਰ ਪਾਵਰ ਇਹ ਆ। ਔਰ ਤੁਸੀਂ ਦੇਖੋ ਇਹ ਪਾਵਰ ਤੁਹਾਡੇ ਕੋਲ ਆ ਗਈ ਨਾ ਤਾਂ ਫਿਰ ਸਹੀ ਮੈਨੇ ਦੇ ਵਿੱਚ ਤੁਸੀਂ ਨਿਡਾਰਾ ਇਨਸਾਨ ਬਣਦੇ ਆ। ਜਿੱਦਾਂ ਦੇਖੋ ਨਾ ਬਾਣੀ ਕੀ ਲਿਖਿਆ, ਮਨ ਜੀਤੇ ਜਗ ਜੀਤ। ਬਾਕੀ ਪਾਵਰਾਂ ਦੀ ਪਰਵਾਹ ਨਹੀਂ ਕਰਦੇ। ਮਨ ਨੂੰ ਜੇ ਤੂੰ ਜਿੱਤ ਲਿਆ ਨਾ ਫਿਰ ਬਾਕੀ ਪਾਵਰਾਂ ਤੁਹਾਡੇ ਸਾਹਮਣੇ ਕੁਝ ਨਹੀਂ ਹੈ। ਫਿਰ ਯੂ ਡੋਂਟ ਕੇਅਰ ਜਾ ਕੇ ਉਹ ਦੂਜੀਆਂ ਪਾਵਰਾਂ ਹੈਗੀਆਂ। ਸੋ ਮਨ ਨੂੰ ਜਿੱਤਣਾ ਜਿਹੜਾ ਹੈਗਾ ਇਹ ਸੱਚੀ ਬਾਣੀ ਵਾਲੀ ਗੱਲ ਸਹੀ ਆ ਵੀ ਇਹ ਜਗ ਜਿੱਤਣ ਵਾਲੀ ਗੱਲ ਹੈ ਜਾ ਕੇ। ਇਹ ਔਖੀ ਇੰਨੀ ਆ ਜਾ ਕੇ ਤੁਸੀਂ ਕਰਕੇ ਦੇਖੋ ਜਾ ਕੇ। ਮੈਂ ਕਈ ਵਾਰ ਸੋਚਦਾ ਹੁੰਦਾ ਮੈਨੂੰ ਕਹੂਗਾ ਜੀ ਵੀ ਤੂੰ ਉਹਨੂੰ ਕਹਿ ਦੇ ਤੂੰ ਕਹਿ ਤੇਰੇ ਕਹੇ ਠੀਕ ਹੈ। ਮੈਂ ਕਿਹਾ ਇਹਨੂੰ ਮੈਂ ਕੀ ਕਹਾਂ, ਮੇਰੇ ਤੋਂ ਤਾਂ ਆਪਣਾ ਆਪ ਕੰਟਰੋਲ ਨਹੀਂ ਹੁੰਦਾ। ਮੇਰੇ ਤੋਂ ਤਾਂ ਜਿਹੜੀ ਆਪਣੇ ਸੈਲਫ ਨਹੀਂ ਕੰਟਰੋਲ ਹੁੰਦਾ, ਮੈਂ ਦੂਜੇ ਨੂੰ ਕੀ ਕਹਾਂ ਜਾ ਕੇ ਤੂੰ ਵੀ ਆਪਣੇ ਆਪ ਨੂੰ ਠੀਕ ਕਰ ਜਾ ਕੇ। ਮੇਰੇ ਤੋਂ ਆਪਣਾ ਠੀਕ ਨਹੀਂ ਹੁੰਦਾ। ਇੰਨਾ ਔਖਾ ਕੰਮ ਆ ਇਹ। ਤੁਸੀਂ ਜਿਹੜਾ ਹੈਗਾ ਤੁਸੀਂ ਬਦਲ ਸਕਦੇ ਆ, ਤੁਸੀਂ ਮਿਲਟਰੀ ਪਾਵਰ ਕਰ ਸਕਦੇ ਆ, ਤੁਸੀਂ ਪ੍ਰੈਜ਼ੀਡੈਂਟ ਬਣ ਸਕਦੇ ਆ, ਦੁਨੀਆ ਦਾ ਉਹ ਬਣ ਸਕਦੇ ਆ, ਪਰ ਤੁਸੀਂ ਆਪਣੇ ਮਾਈਂਡ ਨੂੰ ਕੰਟਰੋਲ ਜਿਹੜਾ ਹੈਗਾ ਨਾ ਜੀ ਉਹ ਤਾਂ ਕੋਈ ਮਹਾਨ ਆਦਮੀ ਕਹਿ ਸਕਦਾ ਵੀ ਮੈਂ ਸਪਿਰਿਟ ਨੂੰ ਕੰਟਰੋਲ ਨਹੀਂ ਕਰਨਾ ਸੀ। ਔਰ ਇੱਕ ਮੈਂ ਇਹ ਕਹਿ ਦੇਵਾਂ ਥੈਨ ਸਾਹਿਬ ਵੀ ਪਰਿਵਾਰਾਂ ਦੇ ਵਿੱਚ ਸ਼ਾਂਤੀ ਰੱਖਣ ਦੇ ਲਈ ਇਹ ਪਾਵਰ ਬਹੁਤ ਜ਼ਰੂਰੀ ਹੈ। ਅੱਛਾ ਹਾਂ, ਜੇ ਤੁਹਾਡੀ ਆਪਣੀ ਇੰਨੀ ਤੁਹਾਡੇ ਵਿੱਚ ਸ਼ਕਤੀ ਹੈਗੀ ਆ ਵੀ ਤੁਸੀਂ ਆਪਣੇ ਆਪ ਨੂੰ ਕੰਟਰੋਲ ਕਰ ਸਕਦੇ ਆ, ਸਪਿਰਿਚੁਅਲ ਪਾਵਰ ਤੁਹਾਡੇ ਕੋਲ ਇਹ ਹੈਗੀ ਆ, ਤਾਂ ਤੁਸੀਂ ਘਰ ਦੇ ਵਿੱਚ ਪੀਸ ਰੱਖ ਸਕਦੇ ਆ। ਕਿਉਂਕਿ ਬਹੁਤਾ ਪੀਸ ਉਦੋਂ ਹੀ ਖਰਾਬ ਹੁੰਦਾ ਜਦ ਤੁਹਾਡਾ ਆਪਣੇ ਆਪ ਤੋਂ ਕੰਟਰੋਲ ਨਿਕਲ ਜਾਂਦਾ। ਉਹ ਆਪਣਾ ਤੁਹਾਤੋਂ ਐਂਗਰ ਨਹੀਂ ਕੰਟਰੋਲ ਹੁੰਦਾ, ਤੁਹਾਤੋਂ ਜਿਹੜਾ ਗੁੱਸਾ ਨਹੀਂ ਕੰਟਰੋਲ ਹੁੰਦਾ ਜਾ ਕੇ ਉਹ ਕੀ ਆ, ਉਹ ਸਪਿਰਿਚੁਅਲ ਪਾਵਰ ਹੈ ਜੀ। ਕਈ ਬੰਦੇ ਮੈਂ ਦੇਖਿਆ ਉਹਨਾਂ ਨੂੰ ਤੁਸੀਂ ਜਿੰਨਾ ਮਰਜ਼ੀ ਪ੍ਰੋਵੋਕ ਕਰ ਲਓ ਪਰ ਸਾਹਿਬ ਹਾਂ ਉਹ ਸ਼ਾਂਤ ਰਹਿੰਦੇ, ਸ਼ਾਂਤ ਪ੍ਰੋਵੋਕ ਨਹੀਂ ਹੁੰਦੇ। ਹਾਂ, ਵੈਸੇ ਤੁਸੀਂ ਸੈਨ ਸਾਹਿਬ ਇੱਦਾਂ ਦੇਖੋ ਵੀ ਉੱਦਾਂ ਧਰਮ ਨੇ ਇਸ ਪਾਵਰ ਨੂੰ ਡਿਵੈਲਪ ਕਰਨ ਲਈ ਜ਼ੋਰ ਬਹੁਤ ਦਿੱਤਾ। ਧਰਮ ਨੂੰ ਆਪਾਂ ਜਿੱਥੇ ਨਿੰਦਦੇ ਰਹਿੰਦੇ ਆ, ਪਰ ਉੱਥੇ ਧਰਮ ਨੇ ਜ਼ੋਰ ਬਹੁਤ ਦਿੱਤਾ ਵੀ ਕਾਬੂ ਕਰੋ ਆਪਣੇ ਆਪ ਨੂੰ, ਕਾਬੂ ਕਰੋ ਆਪਣੇ ਆਪ ਨੂੰ ਜਿਹੜਾ ਹੈਗਾ ਜਾ ਕੇ। ਇਹਦੇ ਵਿੱਚ ਇਹ ਜਿਹੜੀਆਂ ਨੋ ਦਾਈ ਸੈਲਫ, ਆਤਮ ਗਿਆਨਮ ਪਰਮ ਗਿਆਨਮ, ਇਹੀ ਆਪਣੇ ਆਪ ਨੂੰ ਸਮਝਣ ਵਾਲੀ ਗੱਲ ਹੈ। ਜ਼ਬਤ ਕਾਇਮ ਕਰੋ, ਜ਼ਬਤ ਕਾਇਮ ਕਰੋ, ਆਪਣੇ ਨਫਸ ਨੂੰ ਕਾਇਮ ਰੱਖੋ ਜਾ ਕੇ, ਠੀਕ ਹੈ ਨਾ। ਉਹ ਕਈਆਂ ਤੁਸੀਂ ਕਵਾਲੀਆਂ 'ਚ ਵੀ ਆਉਂਦਾ ਵੀ ਉਹ ਬਾਹਰ ਤੂੰ ਐਂ ਕਰਦਾ ਫਿਰਦਾ, ਉਹ ਕਰਦਾ, ਕਦੇ ਨਫਸ ਆਪਣੇ ਵਿੱਚ ਵੜਿਆ ਹੀ ਨਹੀਂ ਹੈ ਕਦੇ। ਉਹ ਕਦੇ ਤੂੰ ਸੋਚਦਾ ਹੀ ਨਹੀਂ ਹੈ ਵੀ ਮੈਂ ਕਿੱਦਾਂ ਦਾ ਇਨਸਾਨ ਆ। ਮੈਂ ਕਦੇ ਦਿਨ ਦੇ ਵਿੱਚ 10 ਮਿੰਟ ਵੀ ਇਹ 'ਤੇ ਲਾ ਦਿਆ ਕਰਾਂ ਜਾ ਕੇ ਤਾਂ ਮੇਰੀ ਸਪਿਰਿਚੁਅਲ ਪਾਵਰ ਵੱਧ ਸਕਦੀ ਹੈ। ਇਹਦੇ 'ਚ ਜ਼ੋਰ ਲਾਉਣਾ ਬਹੁਤ ਜ਼ਰੂਰੀ ਹੈ। ਔਰ ਜੇ ਤੁਸੀਂ ਕਹਿੰਦੇ ਇਹਨੂੰ ਦੇਖੋ ਇਹ ਬਹੁਤ ਜ਼ਰੂਰੀ ਹੈ, ਜੇ ਤੁਸੀਂ ਇਹਨੂੰ ਖੁੱਲ੍ਹਾ ਛੱਡਦੇ ਹੋ ਨਾ ਜਾ ਕੇ ਤਾਂ ਵੀ ਤੁਸੀਂ ਆਪ ਵੀ ਮਰੋਗੇ ਤਾਂ ਆਲੇ ਦੁਆਲੇ ਦੇ ਨੂੰ ਵੀ ਮਾਰੋਗੇ ਜਾ ਕੇ। ਫਿਰ ਤੁਸੀਂ ਹੈਪੀ ਨਹੀਂ ਰਹਿ ਸਕਦੇ। ਜੇ ਤੁਸੀਂ ਕਹਿੰਦੇ ਖੁੱਲ੍ਹਾ ਛੱਡ ਦਿਓ ਵੀ ਮੈਂ ਤਾਂ ਜੋ ਮੇਰਾ ਚਿੱਤ ਕਰਦਾ ਮੈਂ ਉਹ ਕਰਦਾ, ਫਿਰ ਤੁਸੀਂ ਜੋ ਮੇਰਾ ਚਿੱਤ ਕਰਦਾ ਨਹੀਂ, ਫਿਰ ਇੱਥੇ ਮੈਂ ਸੜਕ ਤੱਕ ਨਹੀਂ ਮੈਨੂੰ ਕਿਸੇ ਨੇ ਜਾਣ ਦੇਣਾ ਜਾ ਕੇ। ਜੇ ਮੈਂ ਇਹ ਕੀਤਾ, ਇਹ ਮੇਰਾ ਜ਼ਬਤ ਆ ਜਿਹੜਾ ਮੈਨੂੰ ਦੁਨੀਆ ਦੇ ਵਿੱਚ ਚੰਗੀ ਤਰ੍ਹਾਂ ਜੀਣ ਦਿੰਦਾ। ਸਪਿਰਿਚੁਅਲ ਪਾਵਰ ਜਿਹੜੀ ਹੈਗੀ ਆ ਇਹ ਹਰੇਕ ਬੰਦੇ ਦੇ ਵਿੱਚ ਹੈਗੀ ਆ, ਕਿਸੇ 'ਚ ਥੋੜ੍ਹੀ, ਕਿਸੇ 'ਚ ਬਹੁਤੀ। ਡਿਵੈਲਪ ਕੀਤੀ ਜਾ ਸਕਦੀ, ਡਿਵੈਲਪ ਕੀਤੀ ਜਾ ਸਕਦੀ। ਅੱਜ ਦੇ ਜ਼ਮਾਨੇ ਦੇ ਵਿੱਚ ਨਾ ਜੀ ਜਿਹੜੇ ਮਾਡਰਨ ਨੌਜਵਾਨ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਇੱਕ ਇਹ ਚਿਣਗ ਜਾਗੀ ਹੋਈ ਆ ਕਿ ਸਪਿਰਿਚੁਅਲੀ ਸਟਰੋਂਗ ਹੋਇਆ ਜਾਏ। ਸਪਿਰਿਚੁਅਲੀ ਬਿਲਕੁਲ ਤੁਹਾਡੀ ਉਹਦੇ ਬਾਕਾਇਦਾ ਤੌਰ ਤੇ ਉਹਦੇ ਸੈਮੀਨਾਰ ਲੱਗਦੇ ਆ, ਕੈਂਪਾਂ 'ਚ ਜਾ ਕੇ ਲੋਕ ਉਹਦੀ ਸਿੱਖਿਆ ਲੈਂਦੇ ਆ ਕਿ ਕਿਵੇਂ ਕਰਨੀ। ਸਿੰਘ ਸਾਹਿਬ ਮੈਂ ਫਿਰ ਇਸ ਗੱਲ 'ਤੇ ਆਉਣਾ, ਚੰਗੀ ਗੱਲ ਇਹ ਵੀ ਆ ਜੋ ਸਿੱਖਿਆ ਵੀ ਲੈਂਦੇ ਆ, ਪਰ ਜਿਹੜਾ ਤੁਸੀਂ ਖੁਦ ਆਪਣੇ ਆਪ ਨੂੰ ਕੰਟਰੋਲ ਕਰਨਾ ਨਾ ਉਹ ਕਿਸੇ ਤੋਂ ਨਹੀਂ ਕਰ ਹੋਣੇ। ਤੁਸੀਂ ਕਰਨਾ ਇਹਨੂੰ ਜਾ ਕੇ ਇਹ ਪੱਕੀ ਗੱਲ ਹੈਗੀ ਆ। ਸਿਰਫ ਕੁਛ ਨਹੀਂ, ਮੇਰੇ ਖਿਆਲ 'ਚ ਕੁਛ ਨਹੀਂ ਕਰਨ ਲੱਗਦਾ। ਆਪਣਾ ਜਿਹੜਾ ਹੈਗਾ ਆ ਆਪਣੇ ਮਿਹਰਬਾਨਾ ਆਪਣੇ ਮੋਹਸਨ ਜਿਹੜੇ ਆ ਉਹ ਦੇਖ ਲਏ ਜਾਣ ਜਾ ਕੇ। ਆਪਣੇ ਵਿੱਚ ਇਹਨਾਂ ਬੰਦਿਆਂ ਦੇ ਮੇਰੇ 'ਤੇ ਉਪਕਾਰ ਆ, ਉਹਨਾਂ ਉਪਕਾਰਾਂ ਦਾ ਸਿਮਰਨ ਕਰ ਲਿਆ ਜਾਵੇ ਜਾ ਕੇ ਵੀ ਮੈਂ ਆਹ ਕੀਤਾ। ਜਿੱਦਾਂ ਇੱਕ ਦਿਨ ਉਦਣੇ ਆਪਾਂ ਗੱਲ ਕੀਤੀ ਸੀ ਵੀ ਗ੍ਰੈਟੀਟਿਊਡ ਇਜ਼ ਨਾਟ ਓਨਲੀ ਦੀ ਗ੍ਰੇਟੈਸਟ ਆਫ ਵਰਚੂਜ਼ ਬਟ ਦੀ ਮਦਰ ਆਫ ਆਲ। ਬਿਲਕੁਲ ਠੀਕ ਹੈ ਨਾ। ਸੋ ਇਹ ਦੂਜੇ ਪ੍ਰਤੀ ਜਿਹੜਾ ਗ੍ਰੈਟੀਟਿਊਡ ਹੋਣਾ ਘਰਦਿਆਂ ਪ੍ਰਤੀ, ਘਰਦੇ ਕਿਤੇ ਥੋੜ੍ਹੇ ਸੇਵਾ ਕਰਦੇ ਆ ਤੁਹਾਡੀ ਜਾ ਕੇ, ਪਰ ਸਾਡੇ ਨਿਗਾਹ 'ਚ ਨਹੀਂ ਆਉਂਦੀ ਹੈ ਜਾ ਕੇ। ਅਸੀਂ ਕਹਿੰਦੇ ਇਹ ਤਾਂ ਬਣਦਾ ਹੀ, ਇਹਨੂੰ ਕਰਨਾ ਹੀ ਹੈ ਜਾ ਕੇ, ਠੀਕ ਹੈ ਨਾ। ਪਰ ਜੇ ਇੰਨਾ ਹੀ ਹੋ ਜਾਵੇ ਜਾ ਕੇ ਵੀ ਸਾਨੂੰ ਘਰਦਿਆਂ ਦੇ ਉਪਕਾਰ ਹੀ ਦੱਸਣ ਲੱਗ ਪੈਣ, ਦਿਸ ਇਜ਼ ਸਪਿਰਿਚੁਅਲ ਪਾਵਰ। ਬਸ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ, ਬਹੁਤ ਸ਼ੁਕਰੀਆ। ਥੈਂਕ ਯੂ। ਥੈਂਕ ਯੂ।